ਸਾਧ ਸੰਗਤ ਜੀਓ, ਅੱਜ ਆਪਾਂ ਸੁਖਮਨੀ ਸਾਹਿਬ ਜੀ ਦੀ ਅਸ਼ਟਪਦੀ ਨੰਬਰ 10 ਤੇ ਉਸ ਦਾ ਬੰਦ ਨੰਬਰ 7 ਸਮਝਣ ਦੀ ਕੋਸ਼ਿਸ਼ ਕਰਾਂਗੇ। ਸੋ ਆਪਾਂ ਇਹ ਸਮਝ ਰਹੇ ਹਾਂ ਇਸ ਅਸ਼ਟਪਦੀ ਦੇ ਅੰਦਰ ਕਿ ਜਿਹੜੀ ਪਰਮਾਤਮਾ ਦੀ ਰਚਨਾ ਹੈ ਉਹ ਵੀ ਬੇਅੰਤ ਹੈ ਤੇ ਪਰਮਾਤਮਾ ਆਪ ਵੀ ਬੇਅੰਤ ਹੈ। ਨਾ ਪਰਮਾਤਮਾ ਦਾ ਹੀ ਕੋਈ ਅੰਤ ਪਾ ਸਕਦਾ ਹੈ ਤੇ ਨਾ ਹੀ ਉਸ ਦੀ ਰਚਨਾ ਦਾ ਕੋਈ ਅੰਤ ਪਾਇਆ ਜਾ ਸਕਦਾ ਹੈ। ਜਿਹੜਿਆਂ ਲੋਕਾਂ ਨੇ ਇਸ ਤਰ੍ਹਾਂ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਇਹ ਕੁਦਰਤੀ ਪਰਮਾਤਮਾ ਹੈ, ਇਹੋ ਹੀ ਉਹਦਾ ਹੁਕਮ ਹੈ, ਇਹਦਾ ਮਤਲਬ ਹੈ ਕਿ ਉਹਨਾਂ ਨੇ ਅੰਤ ਲੱਭ ਲਿਆ ਇਹਦਾ, ਪਰ ਉਹ ਗਲਤ ਸਾਬਤ ਹੋ ਜਾਣਗੇ ਕੁਝ ਸਮੇਂ ਬਾਅਦ। ਪਰਮਾਤਮਾ ਦਾ ਅੰਤ ਨਾ ਅੱਜ ਤੱਕ ਕਿਸੇ ਨੂੰ ਮਿਲਿਆ ਹੈ, ਨਾ ਕਿਸੇ ਨੂੰ ਮਿਲਣਾ ਹੈ। ਆਪਾਂ ਸਭ ਲੋਕ ਜਿੰਨੇ ਵੀ ਇਸ ਸੰਸਾਰ ਵਿੱਚ ਪੈਦਾ ਹੁੰਦੇ ਹਾਂ ਜਾਂ ਵਾਹਿਗੁਰੂ ਜੀ ਵੱਲੋਂ ਸਾਨੂੰ ਜੀਵਨ ਮਿਲਦਾ ਹੈ, ਅਸੀਂ ਆਪਣੀਆਂ ਕਿਆਸ ਹਰਾਈਆਂ ਲਗਾਉਂਦੇ ਰਹਿੰਦੇ ਹਾਂ, ਆਪਣੇ ਦਿਮਾਗ ਦੀ ਵਰਤੋਂ ਕਰਦੇ ਰਹਿੰਦੇ ਹਾਂ ਵੀ ਮੈਨੂੰ ਲੱਗਦਾ ਇਸ ਤਰ੍ਹਾਂ, ਇੱਥੋਂ ਤੱਕ ਹੀ ਹੈ ਸਾਰਾ ਕੁਝ, ਪਰ ਇਹ ਪਰੇ ਤੋਂ ਪਰੇ ਹੈ, ਇਹਦਾ ਕੋਈ ਅੰਤ ਨਹੀਂ ਪਾਇਆ ਜਾ ਸਕਣਾ। ਸੋ ਇਸ ਅਸ਼ਟਪਦੀ ਵਿੱਚ ਗੁਰੂ ਜੀ ਅਸਲ ਵਿੱਚ ਸਾਨੂੰ ਇਹੋ ਹੀ ਗੱਲ ਬਹੁਤ ਸਾਰੇ ਉਦਾਹਰਨਾਂ ਲੈ ਕੇ, ਬਹੁਤ ਸਾਰੇ ਤਰੀਕਿਆਂ ਨਾਲ ਸਾਨੂੰ ਸਮਝਾ ਰਹੇ ਨੇ। ਤੇ ਬੰਦ ਨੰਬਰ 7 ਇੱਥੋਂ ਸ਼ੁਰੂ ਕਰਦੇ ਨੇ ਗੁਰੂ ਜੀ, ਕਈ ਕੋਟ ਖਾਣੀ ਅਰ ਖੰਡ, ਕਈ ਕੋਟ ਆਕਾਸ਼ ਬ੍ਰਹਿਮੰਡ। ਸੋ ਹੁਣ ਇਹਦਾ ਕਿਵੇਂ ਅੰਤ ਪਾਇਆ ਜਾ ਸਕੇਗਾ? ਅਸੀਂ ਜਿਹੜੇ ਉੱਤੇ ਸਿਤਾਰੇ ਵੇਖਦੇ ਹਾਂ, ਜਿਹੜਾ ਮਿਲਕੀ ਵੇ ਵੇਖਦੇ ਹਾਂ, ਹੋਰ ਕਿੰਨਾ ਕੁਝ ਆਕਾਸ਼ ਗੰਗਾ ਜਿਹਨੂੰ ਅਸੀਂ ਕਹਿ ਰਹੇ ਹਾਂ, ਉਹ ਕਿੰਨੀਆਂ ਨੇ, ਉਹਨਾਂ ਵਿੱਚ ਕਿੰਨੇ ਕੁ ਪਲੈਨਟਸ ਨੇ, ਕਿੰਨੇ ਕੁ ਸਿਤਾਰੇ ਨੇ, ਇਹ ਸਭ ਕੁਝ ਕਈ ਕੋਟ ਖਾਣੀ ਅਰ ਖੰਡ, ਕਈ ਕੋਟ ਆਕਾਸ਼ ਬ੍ਰਹਿਮੰਡ। ਯਾਨੀ ਇਹਨਾਂ ਆਕਾਸ਼ਾਂ ਦਾ, ਇਹਨਾਂ ਬ੍ਰਹਿਮੰਡਾਂ ਦਾ ਕੋਈ ਵੀ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਇਹ ਕਿੰਨੇ ਕੁ ਨੇ। ਸੋ ਆਪਾਂ ਗੱਲ ਸ਼ੁਰੂ ਕਰਦੇ ਹਾਂ ਅੱਜ ਖਾਣੀ ਤੋਂ। ਖਾਣੀ ਦਾ ਸਿੱਧਾ ਜਿਹਾ ਅਰਥ ਹੈ ਖਾਣ, ਤੇ ਖਾਣ ਦਾ ਮਤਲਬ ਹੁੰਦਾ ਜਿੱਥੋਂ ਕੋਈ ਚੀਜ਼ ਨਿਕਲਦੀ ਹੋਵੇ, ਜਿੱਥੋਂ ਕੋਈ ਚੀਜ਼ ਪੈਦਾ ਹੁੰਦੀ ਹੋਵੇ। ਧਰਤੀ ਜਾਂ ਪਹਾੜਾਂ ਵਿੱਚੋਂ ਜਿੱਥੋਂ ਸੋਨਾ ਨਿਕਲਦਾ ਸੀ ਕਹਿੰਦੇ ਸੋਨੇ ਦੀ ਖਾਣ ਇਸ ਜਗ੍ਹਾ ਤੇ, ਜਿੱਥੋਂ ਲੋਹਾ ਨਿਕਲਦਾ ਸੀ ਕਹਿੰਦੇ ਲੋਹੇ ਦੀ ਖਾਣ ਹੈ, ਜਿੱਥੋਂ ਕੋਇਲਾ ਆਦਿਕ ਨਿਕਲਦਾ, ਇੰਧਨ ਨਿਕਲਦਾ ਸੀ ਕਹਿੰਦੇ ਕੋਇਲੇ ਦੀ ਖਾਣ ਹੈ। ਸੋ ਖਾਣ ਦਾ ਮਤਲਬ ਹੈ ਜਿਹਨੂੰ ਮਾਈਨ ਵੀ ਕਹਿੰਦੇ ਆ, ਜਿਹਨੂੰ ਅਸੀਂ ਇੱਕ ਸੋਮਾ ਕਹਿ ਸਕਦੇ ਹਾਂ ਕਿਸੇ ਚੀਜ਼ ਦੇ ਨਿਕਲਣ ਦਾ। ਸੋ ਵਿਦਵਾਨਾਂ ਦਾ ਮਤ ਹੈ ਕਿ 4 ਖਾਣੀਆਂ ਨੇ, ਗੁਰਬਾਣੀ ਵਿੱਚ ਵੀ 4 ਲਿਖੀਆਂ ਨੇ, ਲੇਕਿਨ ਜਪਜੀ ਸਾਹਿਬ ਦੇ ਵਿੱਚ ਗੁਰੂ ਜੀ ਨੇ ਕੇਤੀਆਂ ਖਾਣੀ ਕੇਤੀਆਂ ਬਾਣੀ ਦੀ ਗੱਲ ਵੀ ਕੀਤੀ ਹੋਈ ਹੈ। ਇਹਦਾ ਮਤਲਬ ਬੜਾ ਸਪਸ਼ਟ ਜਿਹਾ, ਸਿੱਧਾ ਜਿਹਾ ਹੈ ਕਿ ਜਿਹੜੇ ਅਸੀਂ ਇਸ ਧਰਤੀ ਉੱਤੇ ਜੀਵ ਪੈਦਾ ਹੁੰਦੇ ਹਾਂ, ਜਿੰਨੇ ਵੀ, ਚਾਹੇ ਪਸ਼ੂ ਪਕਸ਼ੀ ਨੇ, ਚਾਹੇ ਆਪਾਂ ਮਨੁੱਖ ਜਾਤੀ ਵਿੱਚ ਹਾਂ, ਚਾਹੇ ਇਹ ਪੇੜ ਪੌਦੇ ਨੇ, ਜਾਂ ਜ਼ਮੀਨ ਵਿੱਚੋਂ ਜੀਵ ਪੈਦਾ ਹੁੰਦੇ ਨੇ ਜਦੋਂ ਬਰਸਾਤ ਆਦਿਕ ਹੁੰਦੀ ਹੈ। ਸੋ ਇਹ ਮੁੱਖ ਰੂਪ ਵਿੱਚ 4 ਹੀ ਖਾਣੀਆਂ ਨੇ, ਲੇਕਿਨ ਅੱਗੋਂ ਇਹਨਾਂ ਦੀਆਂ ਬ੍ਰਾਂਚਿਸ ਬਹੁਤ ਜ਼ਿਆਦਾ ਨੇ। ਗੁਰੂ ਸਾਹਿਬ ਨੇ ਬਾਣੀ ਵਿੱਚ ਲਿਖਿਆ ਅੰਡਜ ਜੇਰਜ ਉਤਪੁਜ ਸੇਤਜ ਤੇਰੇ ਕੀਤੇ ਜਨਤਾ। ਫਿਰ ਅੱਗੇ ਲਿਖਿਆ ਏਕ ਪੁਰਬ ਮੈਂ ਤੇਰਾ ਦੇਖਿਆ ਤੂੰ ਸਭਨਾ ਮਾਹੇ ਰਵੰਤਾ। ਵੀ ਇਹ 4 ਤਰ੍ਹਾਂ ਨਾਲ ਤੂੰ ਜੀਵਾਂ ਨੂੰ ਪੈਦਾ ਕਰਦਾ। ਇਸ ਧਰਤੀ ਦੀ ਗੱਲ ਅਸੀਂ ਕਰਨੇ ਆ ਪਏ। ਅੰਡਜ ਤੋਂ ਮਤਲਬ ਹੈ ਅੰਡਿਆਂ ਤੋਂ ਪੈਦਾ ਹੋਣ ਵਾਲੇ ਜੀਵ, ਜੇਰਜ ਤੋਂ ਮਤਲਬ ਹੈ ਜੇਰ ਤੋਂ ਪੈਦਾ ਹੋਣ ਵਾਲੇ ਜੀਵ, ਜਿਹੜੇ ਅਸੀਂ ਦੁੱਧ ਪੀਣ ਵਾਲੇ ਜੀਵ ਹਾਂ, ਅਸੀਂ ਸਾਰੇ ਜੇਰ ਤੋਂ ਪੈਦਾ ਹੁੰਦੇ ਹਾਂ, ਜਿਹੜੇ ਅਸੀਂ ਮਾਂ ਦਾ ਦੁੱਧ ਪੀਂਦੇ ਹਾਂ। ਸੇਤਜ ਕਹਿੰਦੇ ਨੇ ਜਿਵੇਂ ਕਈ ਚੀਜ਼ਾਂ ਨਾ ਪਸੀਨੇ ਆਦਿਕ ਤੋਂ ਪੈਦਾ ਹੁੰਦੀਆਂ ਨੇ, ਸਾਡੇ ਸਰੀਰ ਉੱਤੇ ਵੀ ਹੁੰਦੀਆਂ ਨੇ। ਤੇ ਧਰਤੀ ਜਦੋਂ ਤੁਸੀਂ ਵੇਖਿਆ ਹੋਣਾ ਹੈ ਕਿ ਬਹੁਤ ਸਾਰੀ ਗਰਮੀ ਪੈਂਦੀ ਹੋਵੇ ਤੇ ਇੱਕਦਮ ਬਰਸਾਤ ਆ ਜਾਏ
ਤੇ ਉਸ ਬਰਸਾਤ ਦੇ ਕਾਰਨ ਧਰਤੀ ਵਿੱਚੋਂ ਬਹੁਤ ਸਾਰੇ ਜੀਵ ਪੈਦਾ ਹੋ ਜਾਂਦੇ ਨੇ ਜਿਹੜੇ ਕਦੀ ਅਸੀਂ ਵੇਖੇ ਨਹੀਂ ਹੁੰਦੇ। ਛੋਟੇ ਛੋਟੇ ਜੀਵ ਉੱਤੇ ਧਰਤੀ ਦੇ ਤੁਰੇ ਫਿਰਦੇ ਨੇ, ਗਡੋਏ ਆਦਿਕ ਉਹਨਾਂ ਨੂੰ ਅਸੀਂ ਕਹਿ ਦਿੰਦੇ ਹਾਂ। ਉਹ ਸਾਰੀਆਂ ਚੀਜ਼ਾਂ ਸੇਤਜ ਯਾਨੀ ਪਸੀਨੇ ਤੋਂ, ਭਾਫ ਤੋਂ, ਇਸ ਤਰ੍ਹਾਂ ਗਰਮੀ ਤੋਂ ਪੈਦਾ ਹੁੰਦੀਆਂ ਨੇ। ਅੰਡਜ, ਜੇਰਜ, ਸੇਤਜ ਤੇ ਉਤਪਜ ਉਹ ਚੀਜ਼ਾਂ ਹੁੰਦੀਆਂ ਜਿਹੜੀਆਂ ਜ਼ਮੀਨ ਨੂੰ ਫਾੜ ਕੇ ਨਿਕਲਦੀਆਂ ਨੇ, ਚਾਹੇ ਉਹ ਜੀ ਨੇ, ਚਾਹੇ ਉਹ ਇਹ ਦਰਖਤ ਆਦਿਕ ਨੇ, ਵਨਸਪਤੀ ਇਹ ਸਾਰੀਆਂ ਜ਼ਮੀਨ ਦੇ ਵਿੱਚੋਂ ਉਹਦੇ ਧਰਤੀ ਨੂੰ ਪਾੜ ਕੇ ਪੈਦਾ ਹੁੰਦੀਆਂ ਨੇ। ਸੋ ਇਹ ਚਾਰ ਖਾਣੀਆਂ ਨੇ। ਸੋ ਇਹਨਾਂ ਚਾਰ ਖਾਣੀਆਂ, ਵਿਸ਼ੇਸ਼ ਤੌਰ ਤੇ ਇਹਨਾਂ ਚਾਰ ਖਾਣੀਆਂ ਦੇ ਰਾਹੀਂ ਜੀਵ ਪੈਦਾ ਹੁੰਦੇ ਨੇ। ਲੇਕਿਨ ਗੁਰੂ ਜੀ ਦਾ ਮਤ ਹੈ ਕਿ ਕਈ ਕੋਟ ਖਾਣੀ ਅਰ ਖੰਡ। ਖੰਡ ਦਾ ਅੱਗੇ ਗੁਰੂ ਜੀ ਨੇ ਬ੍ਰਹਿਮੰਡ ਦੀ ਗੱਲ ਕੀਤੀ ਹੈ। ਬ੍ਰਹਿਮੰਡ ਨੂੰ ਕਈ ਹਿੱਸਿਆਂ ਵਿੱਚ ਵੰਡਿਆ ਜਾਂਦਾ, ਉਸ ਨੂੰ ਖੰਡ ਆਖਦੇ ਨੇ। ਇੱਕ ਬ੍ਰਹਿਮੰਡ ਨੂੰ ਜਦੋਂ ਅਸੀਂ ਹਿੱਸਿਆਂ ਵਿੱਚ ਵੰਡਦੇ ਹਾਂ, ਜਿਵੇਂ ਆਪਾਂ ਆਖਦੇ ਹਾਂ ਕਿ ਸਾਡੇ ਇਸ ਬ੍ਰਹਿਮੰਡ ਦੇ 7 ਪਲੈਨਟਸ ਨੇ, ਤੇ ਅਸੀਂ ਕਈ ਵਾਰੀ ਧਰਤੀ ਦੇ ਹਿੱਸੇ ਵੀ 7 ਕਰ ਲੈਂਦੇ ਹਾਂ, 7 ਸਮੁੰਦਰ ਨੇ ਤੇ ਉਹਦੇ 8 ਹਿੱਸੇ ਹੋ ਜਾਂਦੇ ਨੇ। ਉਹ ਜਿੰਨੇ ਹਿੱਸੇ ਬਣਦੇ ਨੇ ਉਹਨਾਂ ਨੂੰ ਖੰਡ ਆਖਦੇ ਨੇ, ਤੇ ਇਸ ਸਮੁੱਚੇ ਸੌਰ ਮੰਡਲ ਨੂੰ ਇੱਕ ਬ੍ਰਹਿਮੰਡ ਆਖਦੇ ਨੇ। ਸੋ ਕਈ ਕੋਟ ਖਾਣੀ ਔਰ ਖੰਡ, ਕਰੋੜਾਂ ਹੀ ਖਾਣੀਆਂ ਨੇ ਜਿਨ੍ਹਾਂ ਖਾਣੀਆਂ ਤੋਂ ਜੀਵ ਪੈਦਾ ਹੁੰਦੇ ਨੇ, ਤੇ ਕਰੋੜਾਂ ਹੀ ਬ੍ਰਹਿਮੰਡਾਂ ਦੇ ਖੰਡ ਨੇ ਜਿਹੜੇ ਹਿੱਸਿਆਂ 'ਚ ਵੰਡੇ ਹੋਏ ਨੇ। ਕਈ ਕੋਟ ਆਕਾਸ਼ ਬ੍ਰਹਿਮੰਡ। ਮੈਂ ਆਕਾਸ਼ ਬਾਰੇ ਪੜ੍ਹਦਾ ਸਾਂ ਵੀ ਇਹ ਕਰੋੜਾਂ ਕਿਵੇਂ ਹੋ ਸਕਦੇ ਨੇ। ਜੇ ਤੁਸੀਂ ਵੀ ਅੰਦਾਜ਼ਾ ਲਗਾਓ ਜਾਂ ਆਪਣੇ ਆਪਣੇ ਦਿਮਾਗ ਨਾਲ ਸੋਚਣ ਦੀ ਕੋਸ਼ਿਸ਼ ਕਰਨਾ, ਸਾਡੇ ਲਈ ਜਿਹੜੇ ਅਸੀਂ ਇਸ ਧਰਤੀ ਤੇ ਵਸਦੇ ਜੀਵ ਹਾਂ, ਉੱਤੇ ਜਿੰਨਾ ਨਜ਼ਰ ਆਉਂਦਾ ਸਾਨੂੰ ਨੀਲੇ ਰੰਗ ਦਾ, ਇਹ ਇੱਕ ਆਕਾਸ਼ ਹੈ। ਲੇਕਿਨ ਸਾਡੇ ਤੋਂ ਥੱਲੇ ਵੀ ਬਹੁਤ ਲੋਕ ਵਸਦੇ ਨੇ ਤੇ ਸਾਡੇ ਤੋਂ ਉੱਤੇ ਵੀ ਬਹੁਤ ਵਸਦੇ ਨੇ। ਸੋ ਉਹਨਾਂ ਜੀਵਾਂ ਲਈ ਆਪਣਾ ਇੱਕ ਆਕਾਸ਼ ਮਿਥਿਆ ਜਾ ਸਕਦਾ ਹੈ। ਜਿਹੜੇ ਸੂਰਜ ਲੋਕ ਤੋਂ ਉੱਤੇ ਹੋਰ ਵੀ ਤੇ ਬ੍ਰਹਿਮੰਡ ਨੇ, ਜਿਹੜੀਆਂ ਉਹਨਾਂ ਵਿੱਚ ਧਰਤੀਆਂ ਹੋਣਗੀਆਂ, ਜਿਹੜੇ ਉਹਨਾਂ ਦੇ ਜਿੱਥੇ ਜੀਵ ਪੈਦਾ ਹੋਏ ਹੋਣਗੇ, ਉੱਥੋਂ ਦੇ ਜੀਵਾਂ ਵਾਸਤੇ ਜੋ ਉਹਨਾਂ ਨੂੰ ਉਸ ਤੋਂ ਉੱਤੇ ਨਜ਼ਰ ਆਉਂਦਾ ਹੋਏਗਾ ਉਹ ਆਕਾਸ਼ ਹੋਏਗਾ। ਸੋ ਲੇਕਿਨ ਆਕਾਸ਼ ਮੂਲ ਰੂਪ ਵਿੱਚ ਇੱਕ ਹੀ ਹੈ, ਇਹ ਇਸ ਤੋਂ ਵੱਧ ਨਹੀਂ ਹਨ। ਜੇ ਅਸੀਂ ਇਸ ਤੋਂ ਵੱਧ ਆਕਾਸ਼ ਮੰਨੀਏ, ਮੰਨ ਲਓ, ਤੇ ਫਿਰ ਕੋਈ ਚੀਜ਼ ਸਾਨੂੰ ਮੰਨਣੀ ਪੈਗੀ ਕਿ ਕਿਤੇ ਕੋਈ ਦੀਵਾਰ ਖੜੀ ਹੈ ਜਾਂ ਕਿਤੇ ਜਾ ਕੇ ਇਹ ਸਾਡਾ ਆਕਾਸ਼ ਕਲੋਜ਼ ਹੋ ਗਿਆ ਹੈ ਤੇ ਉਸ ਤੋਂ ਅੱਗੇ ਦੂਜਾ ਸ਼ੁਰੂ ਹੁੰਦਾ ਹੈ। ਇਸ ਤਰ੍ਹਾਂ ਹੈ ਨਹੀਂ ਹੈ। ਜਿੰਨੀ ਖਾਲੀ ਜਗ੍ਹਾ ਸਾਨੂੰ ਨਜ਼ਰ ਆਉਂਦੀ ਇਸ ਪੂਰੇ ਖਲਾਅ ਵਿੱਚ, ਉਸ ਨੂੰ ਆਕਾਸ਼ ਆਖਦੇ ਨੇ। ਉਹ ਆਕਾਸ਼ ਕਰੋੜਾਂ ਕਿਵੇਂ ਨੇ? ਅਸਲ ਵਿੱਚ ਉਹ ਆਕਾਸ਼ ਸਾਡੇ ਅੰਦਰ ਵੀ ਹੈ। ਸਾਡੇ ਤੋਂ ਬਾਹਰ ਵੀ ਆਕਾਸ਼ ਹੈ, ਲੇਕਿਨ ਸਾਡੇ ਅੰਦਰ ਵੀ ਆਕਾਸ਼ ਹੈ। ਜਿੰਨੀ ਖਾਲੀ ਜਗ੍ਹਾ ਹੈ, ਆਕਾਸ਼ ਨਾ ਹੋਵੇ ਤੇ ਮੇਰੀ ਆਵਾਜ਼ ਤੁਹਾਡੇ ਤੱਕ ਨਾ ਪਹੁੰਚ ਪਾਏ, ਤੁਹਾਡੀ ਆਵਾਜ਼ ਮੇਰੇ ਤੱਕ ਨਾ ਪਹੁੰਚ ਪਾਏ। ਇਹ ਆਕਾਸ਼ ਦੇ ਜ਼ਰੀਏ ਸਾਡੀ ਆਵਾਜ਼ ਟਰੈਵਲ ਕਰਦੀ ਏ ਤੇ ਇੱਕ ਤੋਂ ਦੂਜੇ ਤੱਕ ਪਹੁੰਚਦੀ ਏ। ਇਸ ਨੂੰ ਹੀ ਆਕਾਸ਼ ਕਹਿੰਦੇ ਆਪਾਂ। ਸੋ ਇਸ ਢੰਗ ਦੇ ਨਾਲ ਜਦੋਂ ਆਪਾਂ ਵੇਖਾਂਗੇ ਤੇ ਕਰੋੜਾਂ ਹੀ ਆਕਾਸ਼ ਨੇ ਤੇ ਕਰੋੜਾਂ ਹੀ ਬ੍ਰਹਿਮੰਡ ਨੇ। ਸੋ ਇੱਥੇ ਇਸ ਪੂਰੇ ਖਲਾਅ ਦੇ ਅੰਦਰ ਕਿਸੇ ਚੀਜ਼ ਦਾ ਕੋਈ ਅੰਤ ਨਹੀਂ, ਕੋਈ ਗਿਣਤੀ ਮਿਣਤੀ ਨਹੀਂ, ਨਾ ਖਾਣੀਆਂ ਦੀ, ਨਾ ਖੰਡਾਂ ਦੀ, ਨਾ ਆਕਾਸ਼ ਦੀ ਤੇ ਨਾ ਬ੍ਰਹਿਮੰਡਾਂ ਦੀ। ਇਹ ਸਾਰਾ ਕੁਝ ਬੇਅੰਤ ਹੀ ਬੇਅੰਤ ਹੈ। ਸੋ ਅਗਲੀ ਪੰਕਤੀ ਵਿੱਚ ਗੁਰੂ ਜੀ ਨੇ ਆਖਿਆ, ਕਈ ਕੋਟ ਹੋਏ ਅਵਤਾਰ, ਕਈ ਜੁਗਤ ਕੀਨੋ ਵਿਸਥਾਰ। ਜਿਹੜਾ ਅਵਤਾਰ ਸ਼ਬਦ ਹੈ ਨਾ, ਇਹਦਾ ਮੂਲ ਰੂਪ ਵਿੱਚ ਜਿਹੜਾ ਅਰਥ ਹੈ ਉਹ ਹੈ ਜਨਮ ਲੈਣਾ ਜਾਂ ਜਨਮ ਹੋਣਾ। ਸਿੱਖੀ ਵਿੱਚ ਜਿਹੜਾ ਅਵਤਾਰ ਦਾ ਕਨਸੈਪਟ ਹਿੰਦੂ ਧਰਮ ਵਿੱਚ ਜਾਂ ਹੋਰ ਧਰਮਾਂ ਵਿੱਚ ਉਸ ਤਰ੍ਹਾਂ ਦਾ ਨਹੀਂ ਹੈ। ਹਿੰਦੂ ਧਰਮ ਵਿੱਚ 24 ਅਵਤਾਰ ਮੰਨੇ ਜਾਂਦੇ ਨੇ, 10 ਉਹਨਾਂ ਦੇ ਵਿਸ਼ੇਸ਼ ਅਵਤਾਰ ਮੰਨੇ ਜਾਂਦੇ ਨੇ। ਜਿਵੇਂ ਉਹ ਸ਼ੁਰੂ ਤੋਂ ਕਰਦੇ ਨੇ ਕਿ ਜਦੋਂ ਪਾਣੀ ਵਿੱਚ ਜੀਵ ਪੈਦਾ ਹੋਏ ਸੀ, ਉਸ ਨੂੰ ਉਹ ਮੱਛ ਅਵਤਾਰ ਕਹਿ ਰਹੇ ਨੇ।
ਕੱਛੂ ਨੂੰ ਕੱਛ ਅਵਤਾਰ ਕਹਿ ਰਹੇ ਨੇ। ਫਿਰ ਇਸ ਤਰ੍ਹਾਂ ਉਹ ਅੱਗੇ ਤੋਂ ਅੱਗੇ ਜਿਵੇਂ ਪੇੜ ਪੌਦੇ ਵੀ ਅਵਤਾਰ ਹੀ ਹੋਏ ਨੇ। ਫਿਰ ਇਸ ਤੋਂ ਅੱਗੇ ਉਹ ਵਿਸ਼ਨੂੰ ਦਾ ਅਵਤਾਰ ਮੰਨਦੇ ਨੇ। ਫਿਰ ਅੱਗੇ ਜਿਹੜੇ ਅਸੀਂ ਸਾਡੇ ਵੇਖਦਿਆਂ ਜਿਹੜੇ ਲੋਕ ਹੋਏ ਨੇ, ਸ਼੍ਰੀ ਕ੍ਰਿਸ਼ਨ ਨੂੰ ਅਵਤਾਰ ਮੰਨਦੇ ਨੇ, ਰਾਮਚੰਦਰ ਜੀ ਨੂੰ ਅਵਤਾਰ ਮੰਨਦੇ ਨੇ। ਲੇਕਿਨ ਸਿੱਖੀ ਵਿੱਚ ਇਸ ਤਰ੍ਹਾਂ ਦਾ ਅਵਤਾਰਵਾਦ ਨਹੀਂ ਹੈ, ਨਾ ਹੀ ਇਸ ਤਰ੍ਹਾਂ ਦਾ ਕੋਈ ਸਿਧਾਂਤ ਗੁਰੂ ਜੀ ਨੇ ਸਾਨੂੰ ਦਿੱਤਾ ਹੈ। ਲੇਕਿਨ ਗੁਰੂ ਜੀ ਦਾ ਇਹ ਮੰਨਣਾ ਹੈ ਕਿ ਜਿਹੜਾ ਵੀ ਜਨਮ ਹੁੰਦਾ ਹੈ ਕਿਸੇ ਦਾ, ਉਹ ਜਨਮ ਨੂੰ ਹੀ ਅਵਤਾਰ ਕਹਿ ਰਹੇ ਨੇ ਗੁਰੂ ਜੀ। ਆਪਾਂ ਸੁਖਮਨੀ ਸਾਹਿਬ ਵਿੱਚ ਹੀ ਪੜ੍ਹਿਆ ਸੀ ਕਿ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ। ਸੋ ਉੱਥੇ ਇਸ ਤਰ੍ਹਾਂ ਨਹੀਂ ਕਿ ਸੰਤਾਂ ਦੀ ਨਿੰਦਿਆ ਕਰਨ ਵਾਲੇ ਲੋਕ ਅਵਤਾਰ ਬਣ ਜਾਂਦੇ ਨੇ, ਵੀ ਉਹ ਬੜੇ ਵੱਡੇ ਮਹਾਂਪੁਰਸ਼ ਬਣ ਜਾਂਦੇ ਨੇ, ਜਾਂ ਉਹ ਸੰਸਾਰ ਵਿੱਚ ਲੋਕਾਂ ਦੇ ਭਲੇ ਲਈ ਪੈਦਾ ਹੁੰਦੇ ਨੇ। ਸਗੋਂ ਬਹੁਰ ਬਹੁਰ ਅਵਤਾਰ ਦਾ ਮਤਲਬ ਹੈ ਮੁੜ ਮੁੜ ਕੇ ਜਨਮ ਦੇ ਗੇੜ ਵਿੱਚ ਪੈ ਜਾਂਦੇ ਨੇ। ਸੋ ਜਨਮ ਹੋਣਾ ਹੀ ਅਵਤਾਰ ਹੋਣਾ ਹੈ। ਜੇ ਸ਼੍ਰੀ ਕ੍ਰਿਸ਼ਨ ਜੀ ਦਾ ਜਨਮ ਹੋਇਆ ਤੇ ਉਹ ਅਵਤਾਰ ਹੋਏ, ਅਸੀਂ ਵੀ ਉਸ ਤਰ੍ਹਾਂ ਹੀ ਅਵਤਾਰ ਹਾਂ। ਲੇਕਿਨ ਸਾਡੀ ਤੇ ਉਹਨਾਂ ਮਹਾਂਪੁਰਸ਼ਾਂ ਦੀ ਕਰਨੀ ਵਿੱਚ ਜ਼ਰੂਰ ਅੰਤਰ ਹੈ। ਸਾਡੇ ਕਰਮਾਂ ਵਿੱਚ, ਸਾਡੀ ਕਰਨੀ ਵਿੱਚ ਤੇ ਉਹਨਾਂ ਦੇ ਕਰਮਾਂ ਤੇ ਉਹਨਾਂ ਦੀ ਕਰਨੀ ਵਿੱਚ ਬਹੁਤ ਵੱਡਾ ਭੇਦ ਹੈ। ਸੋ ਇਸ ਤਰ੍ਹਾਂ ਕਈ ਕੋਟ ਹੋਏ ਅਵਤਾਰ, ਕਰੋੜਾਂ ਹੀ ਲੋਕ ਨੇ ਜਿਹੜੇ ਜਨਮ ਲੈਂਦੇ ਨੇ। ਤੇ ਜਨਮ ਅਸੀਂ ਪਿੱਛੇ ਸਮਝ ਲਿਆ ਸੀ ਕਿ ਜਿਸ ਦਾ ਵੀ ਜਨਮ ਹੋਇਆ ਹੈ, ਜਨਮ ਅਸਲ ਵਿੱਚ ਮਰਨ ਲਈ ਹੀ ਹੋਇਆ ਹੈ। ਜੇ ਮਰਨਾ ਨਾ ਹੁੰਦਾ ਤੇ ਸ਼ਾਇਦ ਜਨਮ ਵੀ ਨਾ ਹੁੰਦਾ। ਜਨਮ ਹੋਇਆ ਹੀ ਮਰਨ ਲਈ ਹੈ। ਗੁਰੂ ਜੀ ਨੇ ਬਾਣੀ 'ਚ ਲਿਖਿਆ ਹੋਇਆ, ਜਨਮੰ ਤਾਂ ਮਰਨੰ। ਜੇ ਜਨਮ ਹੈ ਤੇ ਮਰਨ ਹਰ ਹਾਲਤ ਵਿੱਚ ਹੈ, ਜੇ ਮਰਨ ਹੈ ਤੇ ਜਨਮ ਵੀ ਹੈ। ਸੋ ਇਹ ਦੋਵੇਂ ਚੀਜ਼ਾਂ ਲਗਾਤਾਰ ਚੱਲ ਰਹੀਆਂ ਨੇ, ਔਰ ਇਹ ਉਨਾ ਚਿਰ ਚੱਲਣੀਆਂ ਨੇ ਜਿੰਨਾ ਚਿਰ ਅਸੀਂ ਆਪਣੇ ਸੋਮੇ ਵਿੱਚ ਸਮਾ ਨਹੀਂ ਜਾਂਦੇ, ਵਾਹਿਗੁਰੂ ਜੀ ਦੇ ਵਿੱਚ ਲੀਨ ਹੋ ਨਹੀਂ ਜਾਂਦੇ। ਉਹਨਾਂ ਚਿਰ ਇਹ ਸਾਡੀ ਜਿਹੜੀ ਖੇਡ ਹੈ, ਸਰਕਲ ਜਿਹਨੂੰ ਅਸੀਂ ਕਹਿ ਸਕਦੇ ਹਾਂ, ਇਹ ਇਸ ਤਰ੍ਹਾਂ ਜਾਰੀ ਰਹੇਗਾ। ਕਈ ਜੁਗਤ ਕੀਨੋ ਵਿਸਥਾਰ। ਵਿਸਥਾਰ ਦਾ ਮਤਲਬ ਹੈ ਵਿਸਤਾਰ ਕਰਨਾ, ਇਹਦਾ ਫੈਲਾਵ ਕਰਨਾ। ਪਰਮੇਸ਼ਵਰ ਨੇ ਇਸ ਪੂਰੇ ਬ੍ਰਹਿਮੰਡ ਦਾ, ਇਸ ਸ੍ਰਿਸ਼ਟੀ ਦਾ ਜਾਂ ਬ੍ਰਹਿਮੰਡਾਂ ਦਾ ਆਖ ਲਈਏ, ਜਿਹੜਾ ਵਿਸਥਾਰ ਕੀਤਾ ਉਹ ਕਈ ਜੁਗਤੀਆਂ ਨਾਲ, ਕਈ ਤਰੀਕਿਆਂ ਨਾਲ ਕੀਤਾ ਹੈ। ਉਹ ਤਰੀਕੇ ਨੇ ਕਈ ਕੋਟ ਖਾਣੀ, ਕਈ ਖਾਣੀਆਂ ਦੁਆਰਾ ਕਿਵੇਂ ਕਿਵੇਂ ਜੀਵਾਂ ਦੀ ਉਤਪਤੀ ਹੋ ਰਹੀ ਹੈ, ਕਿਵੇਂ ਕਿਵੇਂ ਇਹ ਚੰਦ ਸਿਤਾਰਿਆਂ ਦੀ ਉਤਪਤੀ ਹੋ ਰਹੀ ਹੈ, ਕਿਵੇਂ ਇੱਕ ਸਿਤਾਰਾ ਫਟ ਜਾਂਦਾ, ਉਹਦੇ ਤੋਂ ਕਰੋੜਾਂ ਸਿਤਾਰੇ ਅੱਗੇ ਬਣ ਜਾਂਦੇ ਨੇ, ਜਿਸ ਨੂੰ ਆਪਾਂ ਬਿਗ ਬੈਂਗ ਆਖਦੇ। ਉਹ ਕੁਝ ਇਹੋ ਜਿਹਾ ਹੀ ਮਸਲਾ ਹੈ ਉਹ ਵੀ, ਕਿ ਇੱਕ ਚੀਜ਼ ਦਾ ਧਮਾਕਾ ਹੁੰਦਾ ਹੈ, ਉਸ ਤੇ ਧਮਾਕੇ ਤੋਂ ਅੱਗੇ ਕਰੋੜਾਂ ਅਰਬਾਂ ਚੀਜ਼ਾਂ ਉਹੋ ਜਿਹੀਆਂ ਪੈਦਾ ਹੋ ਜਾਂਦੀਆਂ ਨੇ। ਸੋ ਇਹ ਇਸ ਨੂੰ ਕਹਿ ਰਹੇ ਨੇ ਕਈ ਜੁਗਤ ਕੀਨੋ ਵਿਸਥਾਰ। ਕਈ ਤਰੀਕਿਆਂ ਨਾਲ ਜੀਵਾਂ ਦੀ ਉਤਪਤੀ ਕਰੋੜਾਂ ਖਾਣੀਆਂ ਦੁਆਰਾ ਉਸ ਪਰਮੇਸ਼ਵਰ ਨੇ ਬਣਾਈ ਏ, ਤੇ ਇਹਦਾ ਕੋਈ ਅੰਤ ਪਾਰਾਵਾਰ ਜਿਹੜਾ ਉਹ ਪਾਇਆ ਨਹੀਂ ਜਾ ਸਕੇਗਾ। ਅੱਗੇ ਫਿਰ ਇਸ ਵਿਸਥਾਰ ਦੀ ਗੱਲ ਕੀਤੀ ਹੈ ਕਿ ਇਹ ਜਿਹੜਾ ਵਿਸਥਾਰ ਕੀਤਾ ਪਰਮਾਤਮਾ ਨੇ, ਇਹ ਕਈ ਤਰੀਕਿਆਂ ਨਾਲ, ਕਈ ਜੁਗਤੀਆਂ ਨਾਲ ਕੀਤਾ ਹੈ, ਜਿਹਦੇ ਵਿੱਚ ਕਰੋੜਾਂ ਹੀ ਬ੍ਰਹਿਮੰਡ ਨੇ, ਕਰੋੜਾਂ ਹੀ ਖੰਡ ਨੇ, ਕਰੋੜਾਂ ਹੀ ਜੀਵ ਜੰਤੂ ਨੇ, ਕਰੋੜਾਂ ਹੀ ਅਵਤਾਰ ਹੋਏ ਨੇ। ਇਹ ਸਭ ਕੁਝ ਅਣਗਿਣਤ ਹੀ ਅਣਗਿਣਤ ਹੈ। ਪਰ ਇਸ ਪਸਾਰੇ ਨੂੰ ਕਈ ਵਾਰ ਪਸਰਿਓ ਪਾਸਾਰ। ਇਹ ਜਿਹੜਾ ਪਸਾਰਾ ਜਿਸ ਨੂੰ ਅਸੀਂ ਕਹਿੰਦੇ ਹਾਂ ਕਿ ਅਰਬਾਂ ਸਾਲਾਂ ਤੋਂ ਚੱਲਦਾ ਆ ਰਿਹਾ, ਜਿਹੜਾ ਇਸ ਧਰਤੀ ਵਾਲਾ, ਜਦੋਂ ਦੀ ਧਰਤੀ ਬਣੀ ਹੈ ਜਾਂ ਬਿਗ ਬੈਂਗ ਹੋਇਆ ਹੈ, ਲੇਕਿਨ ਇਸ ਤੋਂ ਪਹਿਲਾਂ ਵੀ ਪਰਮਾਤਮਾ ਨੇ ਕਰੋੜਾਂ ਵਾਰੀ ਇਹੋ ਜਿਹਾ ਵਿਸਥਾਰ ਕੀਤਾ ਹੈ ਤੇ ਕਰੋੜਾਂ ਵਾਰੀ ਇਹੋ ਜਿਹਾ ਵਿਸਥਾਰ ਨੂੰ ਸਮੇਟਿਆ ਹੈ। ਸੋ ਇਹ ਵੀ 1 2 4 ਵਾਰੀ ਨਹੀਂ, ਕਰੋੜਾਂ ਵਾਰੀ, ਕਰੋੜਾਂ ਅਰਬਾਂ ਸਾਲਾਂ ਜਾਂ ਯੁੱਗਾਂ ਪਰਯੰਤ ਵਿਸਥਾਰ ਚੱਲਦਾ ਰਹਿੰਦਾ ਹੈ। ਫਿਰ ਹੌਲੀ ਹੌਲੀ ਇਹ ਆਪੇ ਹੀ ਇੱਕ ਦੂਜੇ ਦੇ ਵਿੱਚ ਲੀਨ ਹੁੰਦਾ ਜਾਂਦਾ ਹੈ, ਤੇ ਹੁੰਦਾ ਹੁੰਦਾ ਇੱਕ ਵਕਤ ਆਉਂਦਾ ਹੈ ਜਿਸ ਨੂੰ ਤੁਸੀਂ ਬਲੈਕ ਹੋਲ ਕਹਿੰਦੇ ਹੋ, ਉਹਦੇ ਵਿੱਚ ਇਹ ਸਾਰਾ ਸਮਾ ਜਾਂਦਾ ਹੈ।
ਗੁਰੂ ਨਾਨਕ ਸਾਹਿਬ ਨੇ ਨਾ ਉਸ ਬਲੈਕ ਹੋਲ ਨੂੰ ਅਰਬਦ ਨਰਬਦ ਧੁੰਦੂਕਾਰਾ ਆਖਿਆ ਹੋਇਆ ਜੇ। ਸੋ ਥੋੜਾ ਜਿਹਾ ਸ਼ਬਦਾਵਲੀ ਦਾ ਫਰਕ ਹੈ, ਗੱਲ ਉਹੋ ਹੀ ਗੁਰੂ ਜੀ ਕਰ ਰਹੇ ਨੇ, ਉਹੋ ਹੀ ਗੱਲ ਸਾਇੰਸਦਾਨ ਕਰ ਰਹੇ ਨੇ। ਕੋਈ ਵੀ ਭਿੰਨ ਭੇਦ ਨਹੀਂ, ਕੋਈ ਵੀ ਫਰਕ ਨਹੀਂ। ਇਹ ਹੁੰਦਾ ਕੀ ਹੈ ਕਿ ਉਸ ਅਰਬਦ ਨਰਬਦ ਧੁੰਦੂਕਾਰੇ ਦੇ ਵਿੱਚ ਹੀ ਸਾਰੀਆਂ ਚੀਜ਼ਾਂ ਜਾ ਕੇ ਵਿਲੀਨ ਹੋ ਜਾਂਦੀਆਂ ਨੇ, ਖਤਮ ਹੋ ਜਾਂਦੀਆਂ ਨੇ। ਉਹ ਏਡਾ ਵੱਡਾ ਬਲੈਕ ਹੋਲ ਏ ਜਿਹਦਾ ਕੋਈ ਅੰਤ ਪਾਰਾਵਾਰ ਨਹੀਂ। ਇੱਕ ਧਰਤੀ ਉਹਦੇ ਵਿੱਚ, ਇੱਕ ਧਰਤੀ ਨਹੀਂ, ਇੱਕ ਪੂਰਾ ਸੌਰ ਮੰਡਲ ਉਹਦੇ ਵਿੱਚ ਜਾ ਕੇ ਸਮਾ ਜਾਏ ਤੇ ਪਤਾ ਵੀ ਨਹੀਂ ਲੱਗਦਾ ਉਹ ਗਿਆ ਕਿੱਥੇ ਆ। ਮਤਲਬ ਏਡਾ ਕੁਝ ਵੱਡਾ ਪਰਮੇਸ਼ਵਰ ਨੇ ਇਹ ਸਿਸਟਮ ਬਣਾਇਆ ਹੈ, ਜਿਹਦੇ ਵਿੱਚੋਂ ਇਹ ਕਰੋੜਾਂ ਬ੍ਰਹਿਮੰਡ ਨਿਕਲ ਕੇ ਵਿਸਥਾਰ ਬਣ ਜਾਂਦਾ ਇਹਨਾਂ ਦਾ, ਤੇ ਜਿਹਦੇ ਵਿੱਚ ਇਹ ਵਾਪਸ ਜਾ ਕੇ ਸਮਾ ਜਾਂਦੇ ਨੇ, ਲੀਨ ਹੋ ਜਾਂਦੇ ਨੇ। ਤੇ ਜੇ ਆਪਾਂ ਇੰਨੀ ਕੁ ਗੱਲ ਆਪਣੇ ਲਈ ਵੇਖਣੀ ਹੋਵੇ ਤੇ ਕਰੋੜਾਂ ਅਰਬਾਂ ਬ੍ਰਹਿਮੰਡ ਉਹ ਕਿਸੇ ਇੱਕ ਸੱਤਾ ਦੇ ਵਿੱਚ ਜਾ ਕੇ ਲੀਨ ਹੋ ਜਾਂਦੇ ਨੇ ਤੇ ਉਹਨਾਂ ਦਾ ਪਤਾ ਵੀ ਨਹੀਂ ਲੱਗਦਾ ਉਹ ਕਿੱਥੇ ਗਏ ਨੇ। ਆਪਣੀ ਕੀ ਪਾਇਆ ਉਹਦੇ ਮੁਕਾਬਲੇ 'ਚ? ਕਦੇ ਸੋਚਿਆ ਆਪਾਂ? ਸਾਡੀ ਇਸ ਪੂਰੀ ਧਰਤੀ, ਇਸ ਬ੍ਰਹਿਮੰਡ ਵਿੱਚ ਇੱਕ ਡਾਟ ਜਿੰਨਾ ਵੀ ਥਾਂ ਨਹੀਂ ਰੱਖਦੀ, ਉਸ ਤੋਂ ਵੀ ਛੋਟਾ। ਜੇ ਉਸ ਡਾਟ ਨੂੰ ਵੀ ਤੋੜੀਏ ਨਾ, ਉਹਦੇ ਕਰੋੜਾਂ ਟੁਕੜੇ ਕਰੀਏ ਇੱਕ ਡਾਟ ਦੇ, ਤੇ ਓਨੀ ਕੁ ਥਾਂ ਸਾਡੀ ਧਰਤੀ ਰੱਖਦੀ ਇਸ ਬ੍ਰਹਿਮੰਡ ਦੇ ਅੰਦਰ। ਤੇ ਆਪਣੀ ਉਹਦੇ 'ਚ ਕੀ ਪਾਇਆ ਹੋਏਗੀ? ਕਦੀ ਸੋਚਿਆ ਆਪਾਂ ਇਸ ਤਰ੍ਹਾਂ? ਲੇਕਿਨ ਹੰਕਾਰ ਇੰਨਾ ਵੱਡਾ ਹੈ ਕਿ ਸੱਚੀ ਪੁੱਛੋ ਨਾ, ਬੰਦਾ ਐਂ ਸੋਚ ਰਿਹਾ ਕਿ ਜਿਵੇਂ ਮੈਂ ਹੀ ਆਕਾਸ਼ ਥੰਮਿਆ ਹੋਇਆ ਹੈ। ਜੇ ਮੈਂ ਨਾ ਹੁੰਦਾ ਤੇ ਸਾਰਿਆਂ ਜੀਆਂ ਦੇ ਉੱਤੇ ਆਕਾਸ਼ ਡਿੱਗ ਪੈਣਾ ਸੀ ਤੇ ਸਭ ਨੇ ਮਰ ਜਾਣਾ ਸੀ, ਮੈਂ ਰੋਕਿਆ ਹੋਇਆ ਇਹਨੂੰ। ਇਸ ਤਰ੍ਹਾਂ ਦੀ ਕੋਈ ਸੋਚ ਸਾਡੀ ਮਨੁੱਖ ਦੀ ਬਣੀ ਹੋਈ ਹੈ। ਐਸਾ ਨਹੀਂ ਹੈ। ਜਿਹੜੇ ਅਸੀਂ ਗੁਰਬਾਣੀ ਪੜ੍ਹਨ ਵਾਲੇ, ਸੁਣਨ ਵਾਲੇ, ਸਮਝਣ ਵਾਲੇ ਲੋਕ ਹਾਂ, ਕਮ ਸੇ ਕਮ ਆਪਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਅਸੀਂ ਆਪਣੀ ਹਉਮੈ ਦਾ ਤਿਆਗ ਕਰ ਦਈਏ, ਆਪਣੱਤ ਛੱਡ ਦਈਏ। ਬਸ ਜਿਵੇਂ ਵਾਹਿਗੁਰੂ ਜੀ ਨੇ ਸਾਨੂੰ ਰੱਖਿਆ ਹੈ ਉਹਦਾ ਸ਼ੁਕਰ ਕਰਦੇ ਰਿਹਾ ਕਰੀਏ, ਕੁਝ ਚੰਗਾ ਕਰਨ ਦਾ ਯਤਨ ਕਰੀਏ, ਆਪਣੇ ਭਲੇ ਲਈ ਵੀ ਤੇ ਦੂਜਿਆਂ ਦੇ ਭਲੇ ਲਈ ਵੀ। ਬਸ ਕੁਝ ਜਿੱਦਣ ਆਪਾਂ ਚੰਗਾ ਕਰਨਾ ਸ਼ੁਰੂ ਕਰ ਦਿੱਤਾ ਕਿਸੇ ਵੀ ਰੂਪ ਵਿੱਚ, ਸਮਝੋ ਸਾਡੇ ਇਸ ਸਰੀਰ ਦੀ ਤੇ ਸਾਡੇ ਇਸ ਸਮੇਂ ਦੀ ਵੈਲਿਊ ਬਣ ਜਾਏਗੀ ਰੱਬ ਦੇ ਘਰ ਵਿੱਚ ਵੀ। ਇਸ ਧਰਤੀ ਉੱਤੇ ਤੇ ਬਣੇਗੀ, ਲੇਕਿਨ ਰੱਬ ਦੇ ਘਰ 'ਚ ਵੀ ਸਾਡੀ ਥਾਂ ਬਣੇਗੀ। ਥਾਂ ਦਾ ਮਤਲਬ ਹੈ ਕੀਮਤ, ਵੈਲਿਊ। ਕੋਈ ਇਹ ਨਹੀਂ ਕਿ ਸਾਡੇ ਲਈ ਉੱਥੇ ਘਰ ਬਣ ਜਾਣਾ ਹੈ, ਐਸਾ ਨਹੀਂ। ਸੋ ਇਸ ਤਰ੍ਹਾਂ ਆਪਾਂ ਇਸ ਨੂੰ ਸਮਝਣ ਦਾ ਯਤਨ ਕਰੀਏ ਕਿ ਇਹ ਮਨੁੱਖਾ ਜੀਵਨ ਬੜਾ ਹੀ ਕੀਮਤੀ ਹੈ, ਦੁਰਲੱਭ ਹੈ, ਔਰ ਇਸ ਨੂੰ ਸੰਵਾਰਨ ਲਈ, ਇਸ ਨੂੰ ਸੰਭਾਲਣ ਲਈ ਸਾਨੂੰ ਕੁਝ ਚੰਗਾ ਕਰਨਾ ਚਾਹੀਦਾ ਹੈ। ਸਭ ਤੋਂ ਚੰਗਾ ਕੀ ਇਸ ਬ੍ਰਹਿਮੰਡ ਦੇ ਅੰਦਰ ਪਰਮਾਤਮਾ ਦੀ ਯਾਦ ਨੂੰ ਹਿਰਦੇ 'ਚ ਵਸਾ ਲੈਣਾ। ਉਹ ਉਤਲੇ ਨੰਬਰ ਤੇ, ਸਭ ਤੋਂ ਟੌਪ ਤੇ। ਉਸ ਤੋਂ ਥੱਲੇ ਫਿਰ ਹੋਰ ਬਹੁਤ ਸਾਰੇ ਕਰਮ ਨੇ, ਸੇਵਾ ਕਰਨੀ, ਪਰਉਪਕਾਰ ਕਰਨਾ, ਲੋੜਵੰਦਾਂ ਦੀ ਨਾਲ ਵੰਡ ਕੇ ਛਕਣਾ, ਹੋਰ ਕਿੰਨੇ ਕੰਮ ਨੇ, ਅਸੀਂ ਬੜੇ ਹੀ ਗਿਣ ਸਕਦੇ ਹਾਂ। ਉਹ ਸਾਰੇ ਉਸ ਤੋਂ ਥੱਲੇ ਨੇ। ਸਭ ਤੋਂ ਸ੍ਰੇਸ਼ਟ ਕਰਮ ਜੇ ਕੋਈ ਇਸ ਮਨੁੱਖ ਲਈ ਕਰਨ ਦੇ ਯੋਗ ਹੈ ਤੇ ਉਹ ਹੈ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਨਾ, ਉਸ ਦੀ ਯਾਦ ਵਿੱਚ ਹਰ ਵਕਤ ਜੁੜਨ ਦੀ ਕੋਸ਼ਿਸ਼ ਕਰਨਾ। ਬਸ ਇਹ ਕੰਮ ਆਪਾਂ ਕਰੀਏ ਤੇ ਅਸੀਂ ਆਪਣੇ ਮਨੁੱਖਾ ਜੀਵਨ ਨੂੰ ਸਫਲ ਬਣਾ ਰਹੇ ਹੋਵਾਂਗੇ ਤੇ ਪ੍ਰਭੂ ਦੇ ਘਰ ਵਿੱਚ ਸਾਡੇ ਇਸ ਸਰੀਰ ਦੀ ਤੇ ਸਾਡੇ ਇਸ ਸਰੀਰਕ ਸਮੇਂ ਦੀ ਕੋਈ ਕੀਮਤ ਜ਼ਰੂਰ ਬਣ ਜਾਏਗੀ। ਨਹੀਂ ਤੇ ਇਸ ਪੂਰੀ ਧਰਤੀ ਦੀ ਕੀਮਤ ਵੀ ਜਿਹੜੀ ਹੈ ਉਹ ਇੱਕ ਡਾਟ ਨਾਲੋਂ ਕਈ ਗੁਣਾ, ਹਜ਼ਾਰਾਂ ਗੁਣਾ ਛੋਟੀ ਪੈ ਜਾਏਗੀ, ਕੁਝ ਵੀ ਨਹੀਂ ਹੋਏਗਾ। ਲੇਕਿਨ ਇਹ ਸਾਰਾ ਕੁਝ ਜਿਹੜਾ ਪਸਾਰਿਆ ਹੈ ਵਾਹਿਗੁਰੂ ਜੀ ਨੇ, ਤੇ ਕਈ ਵਾਰ ਪਸਾਰਿਆ ਹੈ। ਗੁਰੂ ਜੀ ਆਖਦੇ ਨੇ ਸਦਾ ਸਦਾ ਇੱਕ ਏਕੰਕਾਰ, ਸਦਾ ਲਈ ਸਦੀਵ ਹੀ ਉਹ ਇੱਕ ਪਰਮਾਤਮਾ ਬਣਿਆ ਰਹਿ ਜਾਂਦਾ ਹੈ। ਉਹ ਨਹੀਂ ਬਿਨਸਦਾ। ਉਹ ਕੋਈ ਕੁਛ ਮੂਲ ਰੂਪ ਇਸ ਪੂਰੇ ਬ੍ਰਹਿਮੰਡਾਂ ਦਾ, ਜਿਹੜਾ ਉਹ ਮੂਲ ਰੂਪ ਕਦੇ ਨਹੀਂ ਬਿਨਸਦਾ। ਬ੍ਰਹਿਮੰਡਾਂ ਦੇ ਆਕਾਰ ਬਣਦੇ ਤੇ ਬਿਨਸਦੇ ਰਹਿੰਦੇ ਨੇ, ਲੇਕਿਨ ਇਹਦਾ ਜਿਹੜਾ ਮੂਲ ਤੱਤ ਹੈ ਉਹ ਨਾ ਬਣਦਾ ਹੈ ਤੇ ਨਾ ਬਿਨਸਦਾ। ਉਹਦੇ ਤੋਂ ਪੈਦਾ ਹੁੰਦੇ ਨੇ ਬ੍ਰਹਿਮੰਡ ਤੇ ਉਹਦੇ ਵਿੱਚ ਸਮਾ ਜਾਂਦੇ ਨੇ। ਸੋ ਸਾਡੇ ਵਿਦਵਾਨਾਂ ਨੇ ਸਾਨੂੰ ਇਹ ਗੱਲ ਸਮਝਾਈ ਹੈ ਕਿ ਇਹ ਜਿੰਨਾ ਕੁਝ ਬਣਿਆ 5 ਤੱਤਾਂ ਤੋਂ ਬਣਿਆ।
इस नूं महाभूत आखदे ने, पंज तत्त आखदे ने, पर कोई एक चीज़ इहो जी है जिहड़ी इन्हां पंजां तत्तां तो वखरी है, इन्हां तो बाहर है, इन्हां दे विच हुंदी होई इन्हां तो बाहर है। उस नूं आपां आत्मा कहने आ, उस नूं आपां परमात्मा आखदे आ, उस नूं आपां सुपर पावर आखदे आ, उस नूं तुसीं जिहड़ा भी नां देना चाहो दे लवो। ਉਹ ਇੱਕ ਸ਼ਕਤੀ ਹੈ ਜਿਹੜੀ ਇਹਨਾਂ ਤੱਤਾਂ ਦੇ ਵਿੱਚ ਹੁੰਦੀ ਹੋਈ ਤੱਤਾਂ ਤੋਂ ਵੱਖਰੀ ਵੀ ਹੁੰਦੀ ਹੈ। ਉਹ ਹੈ ਏਕੰਕਾਰ, ਤੇ ਉਹ ਏਕੰਕਾਰ ਜਿਹੜਾ ਉਹ ਸਦੀਵੀ ਹੈ। ਜਦੋਂ ਆਪਾਂ ਕਈ ਵਾਰੀ ਸੱਚ ਦੀ ਗੱਲ ਕਰਦੇ ਆ ਨਾ, ਤੇ ਆਪਾਂ ਬਹੁਤ ਵਾਰੀ ਗੱਲ ਸਾਡੇ ਨਾ ਬੋਲਣ ਬੁਲਾਉਣ ਤੇ ਹੀ ਆ ਜਾਂਦੀ ਵੀ ਉਹਨੇ ਸੱਚ ਬੋਲਿਆ, ਉਹਨੇ ਝੂਠ ਬੋਲ ਦਿੱਤਾ। ਅਸੀਂ ਇੱਥੇ ਕਰਕੇ ਰੁਕ ਜਾਂਦੇ ਆ ਕਿਉਂਕਿ ਸਾਡਾ ਦਿਮਾਗ ਇਸ ਤੋਂ ਅੱਗੇ ਨਹੀਂ ਜਾਂਦਾ। ਲੇਕਿਨ ਗੁਰੂ ਜੀ ਸਾਨੂੰ ਇਹ ਸਮਝਾਉਂਦੇ ਨੇ ਕਿ ਇਹ ਸਭ ਕੁਝ ਹੀ ਵਕਤੀ ਸੱਚ ਹੈ, ਇਹ ਬਿਨਸ ਜਾਣ ਵਾਲਾ ਸਦੀਵੀ ਸੱਚ ਨਹੀਂ। ਜਿਹੜਾ ਸਦੀਵੀ ਸੱਚ ਹੈ ਉਹ ਸਦਾ ਸਦਾ ਇੱਕ ਏਕੰਕਾਰ, ਉਹ ਸਦੀਵੀ ਸੱਚ ਹੈ ਜਿਸ ਨੂੰ ਕਿਸੇ ਨੇ ਓਮ ਆਖਤਾ, ਕਿਸੇ ਨੇ ਓੰਕਾਰ ਆਖਤਾ, ਕਿਸੇ ਨੇ ਇੱਕ ਓੰਕਾਰ ਆਖਿਆ, ਕਿਸੇ ਨੇ ਕੁਨ ਆਖਿਆ, ਕਿਸੇ ਨੇ ਹੋਰ ਨਾਂ ਦਿੱਤੇ ਨੇ। ਸੋ ਉਹ ਹੈ ਇੱਕ ਸ਼ਕਤੀ ਜਿਹੜੀ ਸਦਾ ਲਈ ਹੈ, ਤੇ ਉਸ ਨੂੰ ਅਸੀਂ ਕਹਿੰਦੇ ਹਾਂ ਸਦੀਵੀ ਸੱਚ। ਉਸ ਨੂੰ ਗੁਰੂ ਨਾਨਕ ਸਾਹਿਬ ਨੇ ਮੂਲ ਮੰਤਰ ਵਿੱਚ ਸੱਤ ਆਖਿਆ ਹੈ, ਉਸ ਨੂੰ ਸੱਤ ਆਖਿਆ ਹੈ, ਜਿਸ ਨੂੰ ਉਹ ਇੱਕ ਓੰਕਾਰ ਆਖਦੇ ਨੇ। ਸੋ ਅਗਲੀ ਪੰਕਤੀ ਵਿੱਚ ਗੁਰੂ ਸਾਹਿਬ ਆਖਦੇ ਨੇ, ਕਈ ਕੋਟ ਕੀਨੇ ਬਹੁ ਭਾਂਤ, ਕਰੋੜਾਂ ਹੀ ਜੀਵ, ਕਰੋੜਾਂ ਹੀ ਬ੍ਰਹਿਮੰਡ, ਕਰੋੜਾਂ ਹੀ ਖੰਡ, ਕਰੋੜਾਂ ਹੀ ਖਾਣੀਆਂ, ਕਰੋੜਾਂ ਹੀ ਬਾਣੀਆਂ ਪਰਮੇਸ਼ਵਰ ਨੇ ਆਪਣੀ ਇਸ ਰਚਨਾ ਦੇ ਅੰਦਰ ਪੈਦਾ ਕੀਤੀਆਂ ਨੇ, ਤੇ ਬਹੁ ਭਾਂਤ ਨਾਲ ਪੈਦਾ ਕੀਤੀਆਂ ਨੇ। ਅਨੇਕ ਭਾਂਤ ਦੇ ਜੀਵ ਜੰਤੂ ਨੇ। ਆਪਾਂ ਤੇ ਇੰਨੇ ਜੀਵ ਜੰਤੂ ਨੇ ਸ਼ਾਇਦ ਜਿਨ੍ਹਾਂ ਨੂੰ ਕਦੀ ਮਨੁੱਖ ਸਾਰਿਆਂ ਨੂੰ ਵੇਖ ਵੀ ਨਹੀਂ ਪਾਏਗਾ, ਔਰ ਅਰਬਾਂ ਸਾਲਾਂ 'ਚ ਵੇਖ ਨਹੀਂ ਪਾਏਗਾ। ਕਈ ਜਾਤੀਆਂ ਨੇ ਜੀਵਾਂ ਦੀਆਂ ਖਤਮ ਹੋ ਜਾਂਦੀਆਂ ਨੇ, ਕਈ ਜਾਤੀਆਂ ਨੇ ਨਵੀਆਂ ਪੈਦਾ ਹੁੰਦੀਆਂ ਨੇ। ਸੋ ਅਸੀਂ ਕਦੋਂ ਵੇਖ ਪਾਵਾਂਗੇ ਸਾਰੀਆਂ ਜਾਤੀਆਂ ਨੂੰ? ਸਾਡੇ ਕੋਲ ਟਾਈਮ ਬਹੁਤ ਥੋੜਾ ਹੈ। ਅਸੀਂ ਤੇ ਸਿਰਫ ਆਪਣੀ ਹੀ ਜਾਤੀ ਨੂੰ ਵੇਖ ਲਈਏ, ਆਪਣੇ ਆਪੇ ਨੂੰ ਵੇਖ ਲਈਏ, ਤੇ ਮੇਰੇ ਖਿਆਲ ਸਾਡੇ ਲਈ ਇਹ ਹੀ ਬਹੁਤ ਹੋਏਗਾ। ਸਾਨੂੰ ਕਈ ਲੋਕਾਂ ਨੇ ਅੰਤ ਕੋ ਚਾਹਣ ਜੋ ਗਏ ਸੇ ਆਏ ਅੰਤ ਗਵਾਏ ਵਾਲੀ ਗੱਲ ਏ। ਜਿਵੇਂ ਇੱਕ ਲੂਣ ਦੀ ਡਲੀ ਉਹ ਸਮੁੰਦਰ ਦਾ ਅੰਤ ਪਾਉਣ ਲਈ ਚਲੀ ਜਾਏ, ਤੇ ਉਹ ਪਾ ਨਹੀਂ ਸਕੇਗੀ, ਉਹ ਬਾਹਰ ਆ ਕੇ ਕਦੇ ਵੀ ਸਾਨੂੰ ਕੁਝ ਨਹੀਂ ਦੱਸ ਪਾਏਗੀ ਕਿ ਮੈਂ ਅੰਦਰ ਕੀ ਵੇਖਿਆ। ਸਾਡੀ ਕੁਝ ਇਹੋ ਜਿਹੀ ਹਾਲਤ ਹੈ। ਲੂਣ ਦੀ ਡਲੀ ਤੋਂ ਵੱਧ ਅਸੀਂ ਨਹੀਂ ਹਾਂ, ਲੇਕਿਨ ਅਸੀਂ ਅੰਤ ਇਸ ਪੂਰੇ ਸਮੁੱਚੇ ਬ੍ਰਹਿਮੰਡ ਦਾ, ਸਾਗਰ ਦਾ ਪਾਣਾ ਚਾਹ ਰਹੇ ਹਾਂ। ਐਸਾ ਕਦੇ ਨਹੀਂ ਹੋਣ ਵਾਲਾ, ਨਾ ਅੱਗੇ ਕਦੀ ਹੋਇਆ, ਕਿਉਂਕਿ ਕਰੋੜਾਂ ਵਾਰੀ ਵਾਹਿਗੁਰੂ ਜੀ ਨੇ ਇਸ ਪਸਾਰੇ ਨੂੰ ਪਸਾਰਿਆ ਹੈ। ਨਾ ਕਦੀ ਪਹਿਲਾਂ ਹੋਇਆ, ਨਾ ਅੱਗੇ ਹੋਣਾ ਹੈ। ਸੋ ਇਸ ਲਈ ਸਾਨੂੰ ਇਹਦੀ ਜ਼ਰੂਰਤ ਨਹੀਂ। ਸਾਨੂੰ ਕੇਵਲ ਜ਼ਰੂਰਤ ਹੈ ਆਪਣੇ ਆਪੇ ਨੂੰ ਪਹਿਚਾਨਣ ਦੀ। ਤੇ ਮੈਂ ਤੁਹਾਡੇ ਨਾਲ ਬਹੁਤ ਵਾਰੀ ਬਚਨ ਕਰਦਾ ਕਿ ਜਿਸ ਦਿਨ ਆਪਾਂ ਆਪਣੇ ਆਪ ਨੂੰ ਪਹਿਚਾਨ ਲਿਆ, ਰੱਬ ਨੂੰ ਪਹਿਚਾਨਣ ਦੀ ਜ਼ਰੂਰਤ ਨਹੀਂ ਰਹੇਗੀ। ਬਸ ਉਹ ਰੱਬ ਹੀ ਹੋਏਗਾ ਜੋ ਤੁਹਾਡਾ ਆਪਣਾ ਆਪਾ ਹੈ। ਸੋ ਉਹਨੂੰ ਪਹਿਚਾਨਣਾ ਹੈ ਆਪਾਂ। ਫਿਰ ਅੱਗੇ ਆਖਦੇ ਨੇ, ਪ੍ਰਭ ਤੇ ਹੋਏ ਪ੍ਰਭ ਮਾਹੇ ਸਮਾਤ। ਇਹ ਜਿੰਨੇ ਜੀਵ ਜੰਤੂ ਪੈਦਾ ਹੁੰਦੇ ਨੇ, ਕੇਵਲ ਜੀਵ ਜੰਤੂ ਹੀ ਨਹੀਂ, ਇਹ ਕਰੋੜਾਂ ਖੰਡ ਬ੍ਰਹਿਮੰਡ, ਇਹ ਵੱਡੇ ਵੱਡੇ ਸੂਰਜ। ਵੇਖੋ ਸਾਡਾ ਸੂਰਜ ਸਾਡੀ ਧਰਤੀ ਨੂੰ ਸੈਂਕੜੇ ਹਜ਼ਾਰਾਂ ਗੁਣਾ ਵੱਡਾ ਹੈ, ਪਰ ਉਹ ਵੀ ਕਿਸੇ ਤੋਂ ਪੈਦਾ ਹੋਇਆ ਹੈ। ਤੇ ਜਿਹਦੇ ਤੋਂ ਉਹ ਪੈਦਾ ਹੋਇਆ ਉਹ ਕਿੱਡਾ ਹੋਏਗਾ, ਕਦੀ ਅਸੀਂ ਇਸ ਤਰ੍ਹਾਂ ਨਹੀਂ ਸੋਚਦੇ ਹਾਂ। ਅਸੀਂ ਰੱਬ ਨੂੰ ਐਵੇਂ ਵੇਖਦੇ ਹਾਂ ਕਿ ਜਿਵੇਂ ਉਹ ਬੱਚਿਆਂ ਦੀ ਤਰ੍ਹਾਂ ਹੋਵੇ, ਤੇ ਜਦੋਂ ਮਰਜ਼ੀ ਉਹਨੂੰ ਬਾਹੋਂ ਫੜ ਲਿਆ, ਉਹਦੇ ਨਾਲ ਖੇਡ ਲਿਆ, ਤੇ ਉਹਨੂੰ ਛੱਡ ਦਿੱਤਾ ਵੀ ਜਾ ਹੁਣ ਤੂੰ ਕੰਮ ਕਰ, ਫਿਰ ਜਦੋਂ ਲੋੜ ਪਈ ਮੈਂ ਤੈਨੂੰ ਯਾਦ ਕਰ ਲਾਂਗਾ। ਅਸੀਂ ਕੁਝ ਇਸ ਤਰ੍ਹਾਂ ਦਾ ਰੱਬ ਨੂੰ ਸੋਚਿਆ ਹੋਇਆ ਹੈ। ਬਾਣੀ 'ਚ ਲਿਖਿਆ ਹੋਇਆ ਹੈ, ਬਚਨ ਲੋਗਣ ਰਾਮ ਖਿਲਾਉਣਾ ਜਾਣਾ। ਜਿਵੇਂ ਬੱਚਾ ਨਹੀਂ ਹੁੰਦਾ, ਜਦੋਂ ਜੀ ਕੀਤਾ ਟੋਏ ਆਪਣਾ ਫੜਿਆ, ਖਿਡੌਣਾ ਫੜਿਆ, ਉਹਦੇ ਨਾਲ ਖੇਡ ਲਿਆ, ਜਦੋਂ ਜੀ ਕੀਤਾ ਲੱਤ ਮਾਰੀ, ਉਹਨੂੰ ਸੁੱਟ ਕੇ ਪਰੇ ਚਲੇ ਗਏ। ਅਸੀਂ ਕੁਝ ਰੱਬ ਨੂੰ ਵੀ ਇਸ ਤਰ੍ਹਾਂ ਸਮਝਿਆ ਹੋਇਆ ਹੈ। ਇਸ ਤਰ੍ਹਾਂ ਰੱਬ ਨੂੰ ਆਪਾਂ ਨਾ ਸਮਝੀਏ। ਉਹ ਬੜੀ ਵੱਡੀ ਹੈਸੀਅਤ ਹੈ, ਬੜੀ ਵੱਡੀ ਸ਼ਕਤੀ ਹੈ। ਇੱਕ ਵਿਦਵਾਨ ਨੇ ਇਸ ਤਰ੍ਹਾਂ ਵੀ ਲਿਖਿਆ ਹੋਇਆ ਹੈ ਕਿ ਰੱਬ
ਅਸੀਂ ਜਿੰਨੀਆਂ ਕੁਤਾਹੀਆਂ ਕਰਦੇ ਹਾਂ, ਜਿੰਨੀਆਂ ਗਲਤੀਆਂ ਕਰਦੇ ਹਾਂ, ਜਿੰਨੀਆਂ ਸਾਡੇ ਵਿੱਚ ਖਾਮੀਆਂ ਨੇ, ਜਿੰਨੇ ਸਾਡੇ ਵਿੱਚ ਔਗਣ ਨੇ, ਰੱਬ ਸਦਾ ਹੀ ਸਾਨੂੰ ਮੁਆਫ ਕਰਦਾ ਰਹਿੰਦਾ ਹੈ। ਉਹ ਕਦੀ ਸਾਨੂੰ ਇਹਨਾਂ ਦੀ ਸਜ਼ਾ ਨਹੀਂ ਦਿੰਦਾ, ਲੇਕਿਨ ਅਸੀਂ ਆਪਣੇ ਕਰਮਾਂ ਦੀ ਸਜ਼ਾ ਖੁਦ ਭੁਗਤਦੇ ਹਾਂ। ਇਹ ਵਾਹਿਗੁਰੂ ਜੀ ਦਾ ਹੁਕਮ ਹੈ, ਉਹਦੀ ਇੱਕ ਸ੍ਰਿਸ਼ਟੀ ਦੀ ਰਚਨਾ ਇਸ ਢੰਗ ਦੀ ਰਚੀ ਹੋਈ ਹੈ ਕਿ ਅਸੀਂ ਜੋ ਕਰਾਂਗੇ ਉਹਦਾ ਰਿਜ਼ਲਟ ਸਾਨੂੰ ਮਿਲੇਗਾ। ਅਸੀਂ ਜੋ ਬੀਜ ਬੂਟਾ ਬੀਜਾਂਗੇ ਉਹਦਾ ਫਲ ਉਹ ਉੱਗੇਗਾ ਤੇ ਸਾਨੂੰ ਫਲ ਦੇਵੇਗਾ। ਸੋ ਇਸ ਤਰ੍ਹਾਂ ਅਸੀਂ ਕਰਮ ਤੇ ਕਰਨੇ ਹੀ ਨੇ, ਕਰਦੇ ਹਾਂ ਪਰ ਸੋਚ ਸਮਝ ਕੇ ਕਰੀਏ। ਲੇਕਿਨ ਉਹਨਾਂ ਦਾ ਵਿਚਾਰ ਹੈ ਕਿ ਰੱਬ ਕਦੀ ਕਿਸੇ ਨੂੰ ਸਜ਼ਾ ਨਹੀਂ ਦਿੰਦਾ, ਲੇਕਿਨ ਰੱਬ ਦੀ ਮਾਰ ਬੜੀ ਮਾੜੀ ਜੇ, ਉਹ ਫਿਰ ਸਹਿਣ ਨਹੀਂ ਕੀਤੀ ਜਾ ਸਕਦੀ। ਅਜੇ ਆ ਛੋਟੀ ਜੀ ਮਾਰ ਪਈ ਏ, ਸਾਨੂੰ ਸਾਰਿਆਂ ਨੂੰ ਹੀ ਪਈ ਇੱਕ ਤਰ੍ਹਾਂ ਨਾਲ, ਕਰੋਨਾ ਵਾਇਰਸ ਜਿਹਨੂੰ ਆਪਾਂ ਕਹਿ ਰਹੇ ਹਾਂ। ਕੋਈ ਅਣਦਿਸਦੀ ਸ਼ਕਤੀ ਏ ਜਿਸ ਨੇ ਪੂਰੀ ਧਰਤੀ ਦੇ ਲੋਕਾਂ ਨੂੰ ਭੈ ਭੀਤ ਕਰ ਸੁੱਟਿਆ। ਕਿਵੇਂ ਲੋਕ ਭੱਜ ਕੇ ਅੰਦਰ ਹੀ ਵੜ ਗਏ ਨੇ, ਵੱਡੇ ਵੱਡੇ ਰਾਜੇ ਰਾਣੇ ਸਭ ਇਹਦੇ ਤੋਂ ਭੈ ਖਾਂਦੇ ਨੇ। ਉਹ ਮਾਲਕ ਕਿੰਨੀ ਵੱਡੀ ਹਸਤੀ ਹੋਏਗਾ, ਕਦੀ ਆਪਾਂ ਇਸ ਤਰ੍ਹਾਂ ਸੋਚਿਆ ਕਰੀਏ। ਕਿੰਨੀ ਵੱਡੀ ਸ਼ਕਤੀ ਹੋਏਗਾ ਮਾਲਕ, ਜਿਹਦੇ ਨਾਲ ਅਸੀਂ ਮੱਥਾ ਲਾ ਕੇ ਬਹਿ ਜਾਂਦੇ ਹਾਂ। ਲਾਇਆ ਨਹੀਂ ਹਰਨਾਕਸ਼ ਨੇ ਕਿ ਤੁਸੀਂ ਆਖੋ ਸਾਰੇ ਦੁਨੀਆ ਦੇ ਲੋਕ ਮੈਂ ਹੀ ਹਾਂ ਰੱਬ, ਮੇਰੇ ਤੋਂ ਪਰੇ ਹੋਰ ਕੋਈ ਰੱਬ ਨਹੀਂ। ਰਾਵਣ ਨੇ ਲਾਇਆ ਨਹੀਂ ਮੱਥਾ, ਕਿੰਨਿਆਂ ਲੋਕਾਂ ਨੇ ਲਾਇਆ। ਅਸੀਂ ਸਾਰੇ ਉਹਨਾਂ ਵਿੱਚੋਂ ਹੀ ਹਾਂ। ਅਸੀਂ ਆਪਣੀ ਪਾਏ ਦਾ ਜਿੰਨਾ ਕੁ ਅਸੀਂ ਆ ਉਹਨਾਂ ਕੁ ਮੱਥਾ ਅਸੀਂ ਵੀ ਲਾਈ ਬੈਠੇ ਹਾਂ ਰੱਬ ਨਾਲ, ਵੀ ਤੂੰ ਐਂ ਕਰੇਂਗਾ ਤੇ ਠੀਕ ਹੈ, ਨਹੀਂ ਤੇ ਅਸੀਂ ਗੁਰਦੁਆਰੇ ਨਹੀਂ ਆਇਆ ਕਰਨਾ ਹੁਣ, ਵੀ ਬਸ ਫਿਰ ਜਿਵੇਂ ਗੁਰਦੁਆਰਾ ਤੇਰੇ ਮੇਰੇ ਸਿਰ ਤੇ ਖਲੋਤਾ ਹੈ ਜਿਵੇਂ। ਇਸ ਤਰ੍ਹਾਂ ਕੁਝ ਨਹੀਂ ਜੀ। ਰੱਬ ਇੱਕ ਮਹਾਨ ਸ਼ਖਸੀਅਤ ਹੈ। ਇਹ ਵੱਡੀਆਂ ਵੱਡੀਆਂ ਚੀਜ਼ਾਂ, ਖੰਡ ਬ੍ਰਹਿਮੰਡ, ਏਡੇ ਏਡੇ ਵੱਡੇ ਸੂਰਜ ਚੰਦ ਸਿਤਾਰੇ ਸਭ ਉਹਦੇ ਵਿੱਚ ਸਮਾ ਜਾਂਦੇ ਨੇ। ਪ੍ਰਭ ਤੇ ਹੋਏ ਪ੍ਰਭ ਮਾਹੇ ਸਮਾਤ, ਉਹਦੇ ਤੋਂ ਹੀ ਇਹ ਪੈਦਾ ਹੁੰਦੀਆਂ ਨੇ ਚੀਜ਼ਾਂ, ਅਖੀਰ ਨੂੰ ਇਹ ਉਹਦੇ ਵਿੱਚ ਹੀ ਸਮਾ ਜਾਂਦੀਆਂ ਨੇ। ਅਖੀਰਲੀ ਪੰਕਤੀ 'ਚ ਆਖਦੇ ਨੇ ਤਾਕਾ ਅੰਤ ਨ ਜਾਣੇ ਕੋਈ। ਉਸ ਵਾਹਿਗੁਰੂ ਜੀ ਦਾ ਅੰਤ ਕੋਈ ਨਹੀਂ ਜਾਣ ਸਕਦਾ। ਅਸਲ 'ਚ ਗੁਰੂ ਜੀ ਨੇ ਤੇ ਲਿਖਿਆ ਹੋਇਆ ਅਵਤਾਰ ਨੂੰ ਵੀ ਅੰਤ ਨਹੀਂ ਲੱਭਦਾ। ਜਿਹੜੇ ਅਵਤਾਰ ਮਨੁੱਖਤਾ ਨੇ ਜਾਂ ਦੂਜੇ ਧਰਮਾਂ ਦੇ ਲੋਕਾਂ ਨੇ ਮੰਨੇ ਨੇ ਨਾ ਕਿ ਇਹ ਅਵਤਾਰ ਨੇ, ਚਾਹੇ ਉਹ ਨਾ ਕੁਝ ਵੀ ਦੇ ਲਓ, ਉਹਨਾਂ ਨੂੰ ਵੀ ਉਸ ਦਾ ਅੰਤ ਨਹੀਂ ਲੱਭਦਾ। ਗੁਰੂ ਸਾਹਿਬ ਨੇ ਨਾ ਬਾਣੀ 'ਚ ਲਿਖਿਆ ਹੋਇਆ ਇੱਕ ਬਚਨ, ਮਹਿਮਾ ਨਾ ਜਾਣਹਿ ਬੇਦ, ਬ੍ਰਹਮੇ ਨਹੀਂ ਜਾਣਹਿ ਭੇਦ, ਅਵਤਾਰ ਨਾ ਜਾਣਹਿ ਅੰਤ, ਪਰਮੇਸ਼ਵਰ ਪਾਰ ਬ੍ਰਹਮ ਬੇਅੰਤ। ਉਸ ਦਾ ਕੋਈ ਜਨਾ ਅੰਤ ਨਹੀਂ ਪਾ ਸਕਦਾ। ਨਾ ਕੋਈ ਅਵਤਾਰ, ਨਾ ਕੋਈ ਗੁਰੂ, ਨਾ ਕੋਈ ਪੀਰ, ਨਾ ਕੋਈ ਔਲੀਆ, ਨਾ ਕੋਈ ਪੈਗੰਬਰ, ਤੇ ਆਪਾਂ ਦੇ ਕੀ ਦੇ ਵਿਚਾਰੇ ਆ। ਤਾਕਾ ਅੰਤ ਨ ਜਾਣੇ ਕੋਈ, ਉਸ ਪ੍ਰਭੂ ਦਾ ਕੋਈ ਜਨਾ ਅੰਤ ਨਹੀਂ ਜਾਣ ਸਕਦਾ। ਆਪੇ ਆਪ ਨਾਨਕ ਪ੍ਰਭ ਸੋਏ। ਸਤਿਗੁਰੂ ਆਖਦੇ ਨੇ ਭਾਈ ਉਹ ਆਪਣੇ ਜਿਹਾ ਆਪ ਹੀ ਹੈ। ਉਹੋ ਜਿਹਾ ਨਾ ਕੋਈ ਹੋਰ ਦੂਜੀ ਸ਼ਕਤੀ ਹੈਗੀ ਏ ਜਿਹਦਾ ਮੁਕਾਬਲਾ ਕਰਕੇ ਅਸੀਂ ਦੱਸ ਸਕੀਏ ਕਿ ਰੱਬ ਇਹੋ ਜਿਹਾ। ਉਹਦੇ ਵਰਗਾ ਨਾ ਕੋਈ ਹੋਰ ਹੈ, ਨਾ ਕੋਈ ਹੋਇਆ, ਨਾ ਕੋਈ ਹੋਣਾ। ਉਹ ਆਪਣੇ ਆਪ ਵਰਗਾ ਆਪ ਹੀ ਏ। ਆਪੇ ਆਪ ਨਾਨਕ ਪ੍ਰਭ ਸੋਏ। ਸੋਏ ਦਾ ਮਤਲਬ ਹੈ ਉਹ ਪ੍ਰਭੂ। ਤੇ ਜਿਹੜਾ ਤਾਕਾ ਅੰਤ ਹੈ ਨਾ, ਇਹਨੂੰ ਤਾਂ ਕਾ ਅੰਤ ਨਹੀਂ ਪੜਨਾ ਚਾਹੀਦਾ। ਤਾਕਾ ਅੰਤ ਤਿਸ ਦਾ ਅੰਤ, ਯਾਨੀ ਤਾਂ ਅਸੀਂ ਉਦੋਂ ਵਰਤਦੇ ਹਾਂ ਜਦੋਂ ਅਸੀਂ ਕਹਿੰਦੇ ਹਾਂ ਜਾਂ ਤੇ ਤਾਂ, ਜੇ ਆ ਹੋਏਗਾ ਤਾਂ ਇਹ ਹੋਏਗਾ। ਲੇਕਿਨ ਜਦੋਂ ਇਹ ਸ਼ਬਦ ਤਿਸ ਲਈ ਆਉਂਦਾ ਹੈ ਨਾ, ਉਦੋਂ ਇਹਨੂੰ ਤਾਕਾ ਵਰਤਿਆ ਜਾਂਦਾ ਬਿਨਾਂ ਬਿੰਦੀ ਤੋਂ। ਤਾਕਾ ਅੰਤ ਨਾ ਜਾਣੈ ਕੋਏ, ਉਸ ਪ੍ਰਭੂ ਜੀ ਦਾ ਅੰਤ ਕੋਈ ਕਦੇ ਨਹੀਂ ਜਾਣ ਸਕਿਆ। ਆਪੇ ਆਪ ਨਾਨਕ ਪ੍ਰਭ ਸੋਏ। ਸਤਿਗੁਰੂ ਨਾਨਕ ਮਹਾਰਾਜ ਜੀ ਦੇ 5ਵੇਂ ਸਵਰੂਪ ਗੁਰੂ ਅਰਜਨ ਸਾਹਿਬ ਫਰਮਾਉਂਦੇ ਨੇ, ਉਹ ਪ੍ਰਭੂ ਆਪਣੇ ਜਿਹਾ ਆਪ ਹੀ ਹੈ। ਸੋ ਅੱਜ ਅਸੀਂ ਬੰਦ ਨੰਬਰ 7 ਦੀ ਵਿਚਾਰ ਸਾਂਝੀ ਕੀਤੀ ਏ। ਆਉਣ ਵਾਲੇ ਸਮੇਂ 'ਚ ਆਪਾਂ ਬੰਦ ਨੰਬਰ 8 ਸਮਝਾਂਗੇ ਤੇ ਫਿਰ ਅਸ਼ਟਪਦੀ ਨੰਬਰ 11 ਆਪਾਂ ਸ਼ੁਰੂ ਕਰਾਂਗੇ। ਵਾਹਿਗੁਰੂ ਜੀ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ। ਸਾਰੀ ਸੰਗਤ ਦਾ, ਸਮੂਹ ਜੀਵਾਂ ਦਾ ਵਾਹਿਗੁਰੂ ਜੀ ਭਲਾ ਕਰਨ ਤੇ ਅਸੀਂ ਸਾਰੇ ਮਿਲ ਕੇ ਉਸ ਮਾਲਕ ਦੇ ਚਰਨਾਂ ਨਾਲ ਜੁੜ ਸਕੀਏ। ਗੁਰੂਆਂ ਨੇ ਜੋ ਸਾਨੂੰ
ਇਹ ਸੁੰਦਰ ਵਿਚਾਰਧਾਰਾ ਬਖਸ਼ੀ ਏ ਪ੍ਰਮਾਤਮਾ ਕੀ ਏ। ਵੇਖੋ ਹੁਣ ਇਸ ਅਸ਼ਟਪਦੀ ਨੂੰ ਸਮਝ ਕੇ ਜੇ ਅਸੀਂ ਫਿਰ ਵੀ ਕਿਸੇ ਨੂੰ ਪੁੱਛੀਏ ਵੀ ਰੱਬ ਕੀ ਏ, ਰੱਬ ਕਿਹਨੂੰ ਕਹਿੰਦੇ ਨੇ, ਤੇ ਮੇਰਾ ਖਿਆਲ ਫਿਰ ਅਸੀਂ ਕੁਝ ਵੀ ਨਹੀਂ ਸਮਝਿਆ ਹੋਏਗਾ। ਹੁਣ ਜਿੰਨੇ ਕੁ ਭੈਣ ਭਰਾ ਆਪਾਂ ਇਕੱਠੇ ਹੋ ਕੇ ਬੈਠੇ ਆ, ਜਾਂ ਜਿੰਨੇ ਲੋਕ ਹੋਰ ਇਹੋ ਇਸ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਨੂੰ ਸੁਣਦੇ, ਪੜ੍ਹਦੇ ਤੇ ਸਮਝਦੇ ਨੇ, ਕਮ ਸੇ ਕਮ ਉਹਨਾਂ ਨੂੰ ਤੇ ਚਾਹੀਦਾ ਹੈ ਪੁੱਛਣਾ ਛੱਡ ਦੇਣ ਕਿ ਰੱਬ ਕਿਹੋ ਜਿਹਾ ਹੈ। ਉਹਦਾ ਨਾ ਅੰਤ ਕਿਸੇ ਨੇ ਪਾਇਆ, ਨਾ ਪਾ ਸਕਣਾ, ਨਾ ਉਹ ਕਿਹੋ ਜਿਹਾ ਦੱਸਿਆ ਜਾ ਸਕਣਾ, ਕਿਉਂਕਿ ਉਹ ਕਿਹੋ ਜਿਹਾ ਹੈ ਹੀ ਨਹੀਂ। ਉਹਦੇ ਵਰਗਾ ਕੋਈ ਹੋਰ ਹੈ ਹੀ ਨਹੀਂ, ਕਿਵੇਂ ਕੋਈ ਦੱਸੇਗਾ। ਜਦੋਂ ਆਪਾਂ ਉਹਦੇ ਧਿਆਨ ਦੀ ਗੱਲ ਕਰਦੇ ਕਿ ਉਹਦਾ ਧਿਆਨ ਕਰਨਾ, ਆਪਾਂ ਕਿਹਦਾ ਧਿਆਨ ਕਰੋਗੇ? ਕੌਣ ਦੱਸੇਗਾ ਵੀ ਇਹਦਾ ਧਿਆਨ ਕਰੋ? ਬਸ ਇਹ ਵਿਦਵਾਨਾਂ ਦਾ, ਗੁਰਬਾਣੀ ਦਾ ਇਹ ਮਤ ਹੈ ਕਿ ਤੁਸੀਂ ਉਸ ਸ਼ਕਤੀ ਨੂੰ ਧਿਆਨ ਵਿੱਚ ਲਿਆਓ, ਜਿਹੜੀ ਸ਼ਕਤੀ ਇਹਨਾਂ ਕਰੋੜਾਂ ਬ੍ਰਹਿਮੰਡਾਂ ਨੂੰ ਪੈਦਾ ਕਰਦੀ ਏ ਤੇ ਫਿਰ ਅਖੀਰ ਇਹਨਾਂ ਨੂੰ ਆਪਣੇ ਆਪੇ ਵਿੱਚ ਹੀ ਲੀਨ ਕਰ ਲੈਂਦੀ ਏ। ਉਹਦਾ ਆਕਾਰ ਵੇਖਣ ਦੀ ਕੋਸ਼ਿਸ਼ ਨਾ ਕਰਨਾ। ਉਹਦਾ ਜਿਹੜਾ ਆਕਾਰ ਏ, ਉਹਦੇ ਮੁੱਖ ਰੂਪ ਵਿੱਚ ਦੋ ਰੂਪ ਨੇ, ਇੱਕ ਪ੍ਰਕਾਸ਼ ਤੇ ਇੱਕ ਅੰਧਕਾਰ। ਇਹ ਦੋਵੇਂ ਹੀ ਉਹਦੇ ਰੂਪ ਨੇ। ਜਦੋਂ ਉਹ ਕੁਨ ਆਖਦਾ ਹੈ, ਓੰਕਾਰ ਦੀ ਧੁਨ ਆਲਾਪਦਾ ਹੈ, ਕੀਤਾ ਪਸਾਓ ਕਰਦਾ ਇੱਕ ਕਵਾਓ ਤੋਂ, ਤਾਂ ਇਹ ਪ੍ਰਕਾਸ਼ ਪੈਦਾ ਹੋ ਜਾਂਦਾ ਹੈ, ਕਰੋੜਾਂ ਸੂਰਜ ਪੈਦਾ ਹੋ ਜਾਂਦੇ ਨੇ ਤੇ ਇਹ ਬ੍ਰਹਿਮੰਡ ਵਿੱਚ ਪ੍ਰਕਾਸ਼ ਨਾਂ ਦੀ ਕੋਈ ਚੀਜ਼ ਪੈਦਾ ਹੋ ਜਾਂਦੀ ਹੈ। ਜਦੋਂ ਇਸ ਨੂੰ ਸਮੇਟ ਲੈਂਦਾ ਹੈ, ਇਹ ਕਰੋੜਾਂ ਸੂਰਜ ਸਿਤਾਰੇ ਜਿਹੜੇ ਅੱਜ ਚਮਕਦੇ ਨੇ, ਉਹਦੇ ਵਿੱਚ ਜਦੋਂ ਲੀਨ ਹੋ ਜਾਂਦੇ ਨੇ, ਉਦੋਂ ਕੀ ਹੁੰਦਾ ਹੈ? ਉਦੋਂ ਬਸ ਧੁੰਦੂਕਾਰ ਰਹਿ ਜਾਂਦਾ ਹੈ। ਉਹ ਅੰਧਕਾਰ ਉਸ ਨੂੰ ਹੀ ਆਖਦੇ ਨੇ ਗੁਰਬਾਣੀ ਵਿੱਚ। ਸੋ ਇਹ ਦੋ ਰੂਪ ਨੇ ਉਹਦੇ, ਜਿਹਨੂੰ ਅਸੀਂ ਸਰਗੁਣ ਤੇ ਨਿਰਗੁਣ ਆਖਦੇ ਹਾਂ। ਸਰਗੁਣ ਵਿੱਚ ਇਹ ਸਾਰੇ ਚੰਦ ਸਿਤਾਰੇ ਅਸੀਂ ਤੁਸੀਂ ਸਭ ਪੈਦਾ ਹੋ ਜਾਂਦੇ ਆ, ਨਿਰਗੁਣ ਵਿੱਚ ਇਹ ਸਭ ਕੁਝ ਖਤਮ ਹੋ ਜਾਂਦਾ, ਉਹਦੇ ਵਿੱਚ ਲੀਨ ਹੋ ਜਾਂਦਾ ਹੈ ਤੇ ਉਹ ਕੇਵਲ ਆਪਣੇ ਆਪ ਵਿੱਚ ਆਪ ਹੀ ਰਹਿ ਜਾਂਦਾ, ਜਿਸ ਨੂੰ ਧੁੰਦੂਕਾਰਾ ਆਖਿਆ ਗੁਰਬਾਣੀ ਵਿੱਚ। ਤੇ ਉਹ ਧੁੰਦੂਕਾਰਾ ਅਸਲ ਵਿੱਚ ਜਦੋਂ ਕੋਈ ਜੋਤ ਹੁੰਦੀ ਹੈ ਨਾ, ਜੋਤ ਕੋਈ ਜਗਦੀ ਹੋਵੇ ਤੇ ਉਹਦੇ ਚਾਰ ਚੁਫੇਰੇ ਇੱਕ ਗਾੜਾ ਕਾਲੇ ਰੰਗ ਦਾ ਕੋਈ ਪਰਦਾ ਪੈ ਜਾਏ ਤੇ ਫਿਰ ਉਹ ਜੋਤ ਨਜ਼ਰ ਨਹੀਂ ਆਉਂਦੀ, ਲੇਕਿਨ ਰਹਿੰਦੀ ਹੈ। ਇਸੇ ਤਰ੍ਹਾਂ ਪਰਮਾਤਮਾ ਦੀ ਕੋਈ ਬਣਤਰ ਇਹੋ ਜਿਹੀ ਬਣੀ ਹੋਈ ਹੈ ਕਿ ਉਹ ਇਸ ਸਮੁੱਚੇ ਪ੍ਰਕਾਸ਼ ਨੂੰ ਆਪਣੇ ਆਪੇ ਵਿੱਚ ਐਸਾ ਸਮੋਹ ਲੈਂਦਾ ਹੈ ਕਿ ਇਸ ਪ੍ਰਕਾਸ਼ ਦੀ ਇੱਕ ਕਿਰਨ ਵੀ ਬਾਹਰ ਨਹੀਂ ਨਿਕਲਦੀ ਤੇ ਫਿਰ ਅੰਧਕਾਰ ਹੀ ਹੋ ਜਾਂਦਾ ਪੂਰੇ ਇਸ ਆਕਾਸ਼ ਵਿੱਚ, ਪੂਰੇ ਇਸ ਖਲਾ ਦੇ ਵਿੱਚ। ਜਦੋਂ ਫਿਰ ਉਹਦੀ ਮਰਜ਼ੀ ਹੁੰਦੀ ਏ, ਉਹ ਆਪਣੇ ਆਪ ਦਾ ਪਸਾਰਾ ਕਰਨਾ ਚਾਹੁੰਦਾ ਹੈ ਤੇ ਉਹਦੇ ਵਿੱਚੋਂ ਇੱਕ ਕਿਰਨ ਨਹੀਂ, ਫਿਰ ਕਰੋੜਾਂ ਸੂਰਜਾਂ ਰੂਪੀ ਕਿਰਨਾਂ ਨਿਕਲ ਪੈਂਦੀਆਂ ਨੇ ਉਹਦੇ ਵਿੱਚੋਂ ਹੀ। ਮੈਨੂੰ ਯਾਦ ਹੈ ਪੁਰਾਣੇ ਸਮੇਂ 'ਚ ਨਾ ਇੱਕ ਕਹਿ ਰਹੇ ਸੀ, ਇੱਕ ਮਹਾਂਪੁਰਸ਼, ਉਹਨਾਂ ਨੇ ਜਿਹੜੀ ਆਕਾਸ਼ ਦੀ ਬਿਜਲੀ ਹੁੰਦੀ ਹੈ ਨਾ ਜੀ, ਇਹ ਡਿੱਗੀ ਉਹਨਾਂ ਨੇ ਆਪਣੀ ਅੱਖੀਂ ਵੇਖੀ ਹੈ। ਇਹ ਬਿਜਲੀ ਆਕਾਸ਼ ਵਾਲੀ ਜ਼ਮੀਨ ਤੇ ਡਿੱਗੀ, ਉਹਨਾਂ ਨੇ ਆਪਣੀ ਅੱਖੀਂ ਵੇਖੀ। ਉਹ ਹੁਣ ਸੰਸਾਰ ਵਿੱਚ ਨਹੀਂ ਰਹੇ, ਬਜ਼ੁਰਗ ਸਨ, ਉਹਨਾਂ ਮੈਨੂੰ ਦੱਸਿਆ ਸੀ। ਉਹ ਕਹਿੰਦੇ ਸਨ ਜਦੋਂ ਇਹ ਬਿਜਲੀ ਡਿੱਗੀ ਸੀ ਨਾ, ਬਹੁਤ ਜ਼ਿਆਦਾ, ਇੱਕ ਤੇ ਪ੍ਰਕਾਸ਼ ਹੁੰਦਾ ਹੀ, ਆਪਾਂ ਨੂੰ ਪਤਾ, ਆਵਾਜ਼ ਬੜੀ ਆਉਂਦੀ, ਬੱਦਲਾਂ ਦੀ ਗੜਗੜਾਹਟ ਹੁੰਦੀ ਏ, ਜਿੱਥੇ ਡਿੱਗਦੀ ਏ ਸਭ ਤਬਾਹ ਕਰ ਦਿੰਦੀ ਏ, ਸਾੜ ਦਿੰਦੀ ਏ ਸਭ ਕੁਝ। ਤੇ ਉਹ ਕਹਿੰਦਾ ਵੀ ਇੱਕ ਇਸ ਤਰ੍ਹਾਂ ਦਾ ਉਹ ਸੀ ਗੋਲਾ ਕਾਲੇ ਰੰਗ ਦਾ, ਤੇ ਜਿਹੜਾ ਜਦੋਂ ਗੜਗੜਾਹਟ ਕਰਦਾ ਹੋਇਆ ਉਹ ਗੋਲਾ ਥੱਲੇ ਆ ਕੇ ਜ਼ਮੀਨ ਤੇ ਡਿੱਗਾ, ਕਿਸੇ ਰੁੱਖ ਨਾਲ ਟਕਰਾਇਆ, ਲੇਕਿਨ ਉਹ ਫਟਿਆ ਨਹੀਂ। ਕਾਲੇ ਰੰਗ ਦਾ ਵੱਡਾ ਗੋਲਾ। ਉਹ ਕਹਿੰਦਾ ਅਸੀਂ ਤੇ ਮਤਲਬ ਦੂਰੋਂ ਵੇਖ ਰਹੇ ਹਾਂ ਕਿ ਜਿਵੇਂ ਉੱਥੇ ਕੋਈ ਕਾਲੇ ਰੰਗ ਦਾ ਏਡਾ ਵੱਡਾ ਜਿਹਾ ਗੋਲਾ ਡਿੱਗਿਆ ਹੈ ਤੇ ਅਸੀਂ ਆਪਣੇ ਪਿੰਡ 'ਚ ਜਾਂ ਖੇਤਾਂ ਵਿੱਚ ਸਾਂ, ਤੇ ਥੋੜੀ ਦੇਰੀ ਬਾਅਦ ਇਸ ਤਰ੍ਹਾਂ ਲੱਗਿਆ ਕਿ ਜਿਵੇਂ ਉਸ ਜਗ੍ਹਾ ਤੋਂ ਇੱਕ, ਜਿਵੇਂ ਆਕਾਸ਼ ਦੀ ਬਿਜਲੀ ਚਮਕਦੀ, ਇੱਕ ਲੰਬੀ ਜਿਹੀ ਲਕੀਰ ਬਿਜਲੀ ਦੀ ਨਿਕਲੀ ਤੇ ਉੱਤੇ ਨੂੰ ਚਲੀ ਗਈ। ਹੁਣ ਉਹ ਕਾਲਾ ਰੰਗ ਕੀ ਸੀ, ਉਹਦੇ ਵਿੱਚ ਸਮੋਇਆ ਹੋਇਆ ਕੀ ਸੀ? ਉਹ ਬਿਜਲੀ ਉਹਦੇ ਵਿੱਚ ਲੀਨ ਹੋਈ ਸੀ, ਲੇਕਿਨ ਜਦੋਂ ਉਹ ਫਟਿਆ ਕੁਝ, ਉਹ ਫਿਰ ਬਿਜਲੀ ਦਾ ਕਰਮ ਹੈ, ਉਹ ਆਪਣੇ ਸੋਮੇ ਵੱਲ ਨੂੰ ਜਾਂਦੀ ਹੈ, ਉਹਦਾ ਸੋਮਾ ਉੱਤੇ ਹੀ ਹੈ। ਸੋ ਇਸ ਤਰ੍ਹਾਂ ਦਾ ਕੁਝ ਹੈ
परमात्मा दे बारे आपां ਇਹ नहीं कह सकते कि आपां अंत लभ लिया ते इहो कुछ ही है, ये नहीं आपां कहंदे, ना कह सकांगे कदे भी। लेकिन विद्वानां दा कुछ ऐसा मत है कि ये सारे समुचे खंड ब्रह्मंड, ये चंद सितारे जिहड़े चमक रहे ने, ये चमकदे होए उस ब्लैक होल दे विच लीन हो जांदे ने ते फिर अंधकार ही अंधकार रह जांदा है। फिर कदी वो अंधकार वाला जिहड़ा वो गलाफ जिहा बनिया काले रंग दा, वो फटदा है ते फिर आ कुछ बन जांदा है। सो इस नूं गुरु जी कह रहे ने, कई बार पसरिओ पासार, सदा सदा एक अंकार। वो परमात्मा सदा रहिंदा, उस दी भी सच है, ना वो अंधकार विच खत्म हो जांदा है ते ना वो प्रकाश विच खत्म हुंदा है। ਉਹਦੇ ਦੋਵੇਂ रूप ने। सो आपां जिन्ने क जने गुरु महाराज दी इस विचार नूं समझण दी कोशिश कर रहे हां, अज तो बाद ना पुछिए रब किहो जिहा है, रब साडे वर्गा ही है, आपां रब वर्गे ही हां, अपने अंदर ही है रब। ते बस अपने आपे नूं वेखीए, अपना ध्यान धरीए ते ध्यान भी इस तरह धरीए कि मेरे च किहड़े किहड़े औगण ने, मैं उन्हां दा हुण त्याग करना है। क्योंकि मैनूं गुरु नानक मिल पिया है ते मैनूं मेरा गुरु नानक कह रहे ने कि विकारां नूं छड्ड दे, त्याग दे इन्हां विकारां नूं, गुणां नूं धारण कर, तेरी कोई कीमत बन जाएगी रब दे घर विच, रब दी दरगाह विच। जे ऐसा ना कर पाए तो फिर जिवें बाकी पशु पंछी जम्मे ने मरदे ने, उस तरह असीं भी जम्मे सां मर जावांगे, धरती दे बोझ ही हां असीं, होर कुछ भी नहीं। सो यतन करिए गुरु महाराज दी सिੱਖਿਆਵਾਂ नूं हिरदे विच जगह दईए। इन्ने शब्दां नाल होईयां भुल्लां दी खिमा प्यार नाल आखो जी। वाहिगुरू जी का खालसा, वाहिगुरू जी की फतेह।